ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਦੋਹਰਾ ਮੰਡੀ ਪਤ ਮਹਿਪਾਲ ਕੋ ਸੁਧ ਕੀਨੀ ਕਿਨ ਆਏ ਅਬਲੋ ਗੁਰ ਡੇਰਾ ਤਹਾਂ ਚਮਮ ਸੰਗ ਸੁਮਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਸਤਿਗੁਰਾਂ ਨੇ ਰਵਾਲਸਰ ਦੇ ਅਸਥਾਨ ਤੇ, ਜਿਸ ਨੂੰ ਅੱਜ ਸਕੇਤ ਮੰਡੀ ਵੀ ਕਹਿੰਦੇ ਹਨ, ਉਹ ਜਗ੍ਹਾ ਤੇ ਸੰਗਤਾਂ ਸਮੇਤ ਜਾਣਾ ਕੀਤਾ, ਚਰਨ ਪਾਏ, ਉੱਥੇ ਅਨੇਕਾਂ ਜੀਵਾਂ ਨੂੰ ਤਾਰਨਾ ਕੀਤਾ। ਜਦ ਵਾਪਸੀ ਚਾਲੇ ਪਾਏ ਤਾਂ ਸਕੇਤ ਮੰਡੀ ਦੇ ਰਾਜੇ ਨੂੰ ਕਿਸੇ ਨੇ ਦੱਸ ਦਿੱਤਾ ਕਿ ਆਪਣੇ ਇਲਾਕੇ ਵਿੱਚ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਆਏ ਨੇ। ਤੇ ਉਸ ਦੇ ਮਨ ਵਿੱਚ ਵੀ ਇਹ ਖਿਆਲ ਹੋਇਆ ਕਿ ਮੈਂ ਗੁਰੂ ਸਾਹਿਬ ਨੂੰ ਆਪਣੇ ਇਲਾਕੇ ਵਿੱਚ ਲੈ ਕੇ ਆਵਾਂ, ਕਿਰਪਾ ਕਰਨ, ਬਖਸ਼ਿਸ਼ ਕਰਨ। ਤਾਂ ਸਕੇਤ ਮੰਡੀ ਵਾਲਾ ਰਾਜਾ ਆ ਕੇ ਸਤਿਗੁਰਾਂ ਨੂੰ ਮਿਲਦਾ ਹੈ ਤੇ ਸਤਿਗੁਰੂ ਅੱਗੋਂ ਕੀ ਬਚਨ ਕਰਦੇ ਹਨ, ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੰਡੀ ਪਤ ਮਹਿਪਾਲ ਕੋ ਸੁਧ ਕੀਨੀ ਕਿਨ ਆਏ। ਕਹਿਣ ਲੱਗੇ, ਜਿਸ ਵੇਲੇ ਮੇਰੇ ਪ੍ਰੀਤਮ ਜੀ ਨੇ ਰਵਾਲਸਰ ਦੇ ਇਲਾਕੇ ਚੋਂ ਚਾਲੇ ਪਾਉਣੇ ਕੀਤੇ, ਕਿਸੇ ਨੇ ਸਕੇਤ ਮੰਡੀ ਦੇ ਰਾਜੇ ਨੂੰ ਵੀ ਜਾ ਕੇ ਦੱਸਣਾ ਕੀਤਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਇਲਾਕੇ ਵਿੱਚ ਆਏ ਹਨ। ਅਬਲੋ ਗੁਰ ਡੇਰਾ ਤਹਾਂ ਚਮੰਗ ਸੰਗ ਸਮੁਦਾਏ। ਹਜੇ ਤੱਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਦੇ ਤੀਰਥ ਤੇ ਹਨ ਫੌਜਾਂ ਸਮੇਤ। ਅਬਲੋ ਗੁਰ ਡੇਰਾ ਤਹਾਂ ਚਮੰਗ ਸਮ ਸਮੁਦਾਏ। ਆਪਣੀਆਂ ਫੌਜਾਂ ਸਮੇਤ ਉਤਰੇ ਹੋਏ ਹਨ। ਸੁਰ ਕਰ ਆਪਣੇ ਹਿਰਦੇ ਵਿਚਾਰੀ ਗੁਰ ਆਨੋ ਇਸ ਪੰਥ ਮਜਾਰੀ। ਇਹ ਸੁਣਦਿਆਂ ਹੀ ਸਕੇਤ ਮੰਡੀ ਦੇ ਰਾਜੇ ਨੇ ਉਸੇ ਵੇਲੇ ਸਲਾਹ ਕੀਤੀ ਹੈ, ਮੈਂ ਕਿਉਂ ਨਾ ਜਾ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਆਉਣਾ ਕਰਾਂ ਜੀ। ਮਿਲੋ ਜਾਏ ਤਹਿ ਨਿਜ ਸੰਗ ਲਿਆਹੋ ਨਿਜਪੁਰ ਮੇ ਡੇਰਾ ਉਤਰਾਓ। ਮੈਂ ਹੁਣੇ ਹੀ ਜਾ ਕਰਕੇ ਗੁਰੂ ਪਾਤਸ਼ਾਹ ਨੂੰ ਮਿਲਦਾ ਕਰਦਾ ਹਾਂ ਤੇ ਆਪਣੇ ਇਲਾਕੇ ਵਿੱਚ ਉਹਨਾਂ ਦਾ ਕੁਝ ਸਮੇਂ ਲਈ
ਉਤਾਰਾ ਕਰਾਵਾਂਗਾ। सेवा करो प्रीत को धर कै, दीन दुनी सुख पैहो कर कै। ਔਰ ਉਹ ਗਰੀਬਾਂ ਦੇ ਮੁਖੀ, ਦੁਨੀਆ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮੈਂ ਸੇਵਾ ਕਰਕੇ ਲਾਹਾ ਖਟਾਂ ਜੀ। श्री मुख ते जिम बाक बखानै, होए सो निश्चय सब जग जानै। ਔਰ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਜੀ ਜੋ ਮੁਖ ਚੋਂ ਕਹਿ ਦਿੰਦੇ ਹਨ ਉਹ ਜ਼ਰੂਰ ਪੂਰਾ ਹੋ ਜਾਂਦਾ ਹੈ। ਕਾਰਿਤ ਆਦ ਕਾਮ ਨਾ ਚੜਿਓ, ਗੁਰੂ ਮਿਲਣ ਕੋ ਅਨੰਦ ਬੜਿਓ। ਇਹ ਸੋਚ ਕਰਕੇ ਉਸੇ ਵੇਲੇ ਸਕੇਤ ਮੰਡੀ ਦਾ ਰਾਜਾ ਆਪਣੇ ਘੋੜੇ ਤੇ ਸਵਾਰ ਹੋ ਕੇ ਸਤਿਗੁਰਾਂ ਨੂੰ ਮਿਲਣ ਲਈ ਚੱਲ ਪਿਆ ਹੈ। ਦੇਕਰ ਸੰਗ ਚਮ ਨਿਜ ਕੇਰੀ, ਕੇਤਕ ਦੂਰ ਗਿਓ ਤਿਸ ਬੇਰੀ। ਔਰ ਆਪਣੀ ਫੌਜ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਵੱਲ ਚੱਲਿਆ ਹੈ। ਆਵਤ ਗੁਰੂ ਅਗਾਰੀ ਚਲੇ, ਹਰਕਤ ਹੋਏ ਪੰਥ ਪਉ ਮਿਲੇ। ਔਰ ਜਦੋਂ ਇਹ ਜਾ ਰਹੇ ਆ ਰਵਾਲਸਰ ਤੀਰਥ ਵੱਲ ਤੇ ਉਧਰ ਗੁਰੂ ਸਾਹਿਬ ਜੀ ਨੇ ਫੌਜਾਂ ਸਮੇਤ ਚਾਲੇ ਪਾਤੇ ਸੀ, ਇਸ ਕਰਕੇ ਰਸਤੇ ਵਿੱਚ ਇਹਨਾਂ ਦਾ ਮੇਲ ਹੋਇਆ ਹੈ ਜੀ। ਉਤਰ ਤਰੰਗਮ ਤੇ ਡਿੱਗ ਗਏ ਹੋ, ਚਰਨ ਸਰੋਜ ਬੰਦਨਾ ਕੀਓ। ਔਰ ਰਾਜਾ ਸਕੇਤ ਮੰਡੀ ਵਾਲਾ ਘੋੜੇ ਤੋਂ ਉਤਰ ਕੇ ਸਤਿਗੁਰਾਂ ਦੇ ਘੋੜੇ ਕੋਲ ਆਇਆ ਹੈ ਔਰ ਰਕਾਬ ਵਿੱਚ ਪਏ ਚਰਨਾਂ ਤੇ ਨਮਸਕਾਰ ਕਰਦਾ ਹੈ। ਹਾਥ ਜੋਰ ਪੁਨ ਬਿਨਤੀ ਪਾਣੀ, ਮੈਂ ਜਬ ਰਾਵਰ ਕੀ ਸੁਧ ਸੁਣੀ। ਕਹਿਣ ਲੱਗਿਆ ਮਹਾਰਾਜ ਜਦੋਂ ਮੈਨੂੰ ਪਤਾ ਲੱਗਿਆ ਆਪ ਜੀ ਦੇ ਇਧਰ ਆਉਣ ਦਾ, ਇਸ ਮਗ ਲਿਆ ਬਨਹਿਤ ਸਿਦਾਰਾ, ਤੁਮ ਪੂਰਬ ਹੀ ਇਤ ਪਗ ਧਾਰਾ। ਔਰ ਮੈਂ ਸਲਾਹ ਕੀਤੀ ਕਿ ਮੈਂ ਸਤਿਗੁਰਾਂ ਨੂੰ ਆਪਣੇ ਇਲਾਕੇ ਵਿੱਚ ਲੈ ਕੇ ਆਵਾਂ, ਪਰ ਤੁਸੀਂ ਤਾਂ ਲੱਗਦਾ ਜਾਣੀ ਜਾਣੀ ਹੋ, ਆਪ ਹੀ ਮੇਰੇ ਘਰ ਵੱਲ ਚੱਲ ਪਏ ਜੀ। ਘਟ ਘਟ ਸਭ ਕੀ ਜਾਣਨ ਹਾਰੇ, ਜਨ ਸਿਖਨ ਕੀ ਕਾਜ ਸੁਧਾਰੇ। ਤੁਸੀਂ ਤਾਂ ਸਭ ਦੇ ਹਿਰਦਿਆਂ ਦੀਆਂ ਜਾਣਨ ਵਾਲੇ ਹੋ ਲੱਗਦਾ, ਤਾਈਓ ਤਾਂ ਆਪਣੇ ਸਿੱਖਾਂ ਦੇ ਹਿਰਦਿਆਂ ਦੀਆਂ ਜਾਣ ਕੇ ਉਹਨਾਂ ਦੇ ਕਾਰਜ ਸਵਾਰਨਾ ਕਰਦੇ ਹੋ। ਮਮਪੁਰ ਮੇ ਪਾਵਨ ਕਰ ਪਾਵਨਾ, ਪਾਵਨ ਕਰੋ ਸਰਬ ਹੀ ਥਾਵਨਾ। ਕਿਰਪਾ ਕਰੋ ਮਹਾਰਾਜ, ਚੱਲ ਕੇ ਮੇਰੇ ਨਗਰ ਦੇ ਵਿੱਚ ਵੀ ਆਪਣੇ ਚਰਨ ਪਾਓ ਤੇ ਸਾਡੇ ਨਗਰ ਨੂੰ ਵੀ ਪਵਿੱਤਰ ਕਰੋ ਜੀ। श्री प्रभु कहो इसी मग आए, तब पुर में उतरो अब जाए। ਪਾਤਸ਼ਾਹ ਕਹਿੰਦੇ ਹਾਂ ਇਸੇ ਰਸਤੇ ਹੀ ਅਸੀਂ ਆ ਰਹੇ ਸੀਗੇ, ਚੱਲ ਹੁਣ ਤੇਰੇ ਇਲਾਕੇ ਵਿੱਚ ਵੀ ਉਤਾਰਾ ਕਰਾਂਗੇ, ਸ਼ਿਵਰ ਕਰਾਂਗੇ। चढ़ो तो रंगम पर चले आगे, हम आवे तुझ पाछे लागे। ਤੂੰ ਅੱਗੇ ਚੱਲ ਸਾਡੇ ਘੋੜੇ ਤੇ ਬੈਠ ਕੇ ਆਪਣੇ ਤੇ, ਸਾਨੂੰ ਰਸਤਾ ਦੱਸ ਕਿੱਧਰ ਜਾਣਾ ਹੈ, ਅਸੀਂ ਤੇਰੇ ਮਗਰ ਆਉਂਦੇ ਹਾਂ। सुन गिरपत कह चलो बेचारी, हुजे प्रभु जी आप अगारी। ਆਓ ਆਓ ਮਹਾਰਾਜ, ਨਹੀਂ ਤੁਸੀਂ ਅੱਗੇ ਲੱਗੋ, ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ। रावर को डेरा करवावो, पुन में अपने सदन सिधावो। ਔਰ ਪਹਿਲਾਂ ਮੈਂ ਆਪ ਜੀ ਨੂੰ ਆਪਣੇ ਇਲਾਕੇ ਵਿੱਚ ਲੈ ਕੇ ਜਾਵਾਂਗਾ, ਫਿਰ ਉੱਥੇ ਜੋਗ ਥਾਂ ਤੇ ਆਪ ਜੀ ਦੀਆਂ ਫੌਜਾਂ ਦਾ, ਆਪ ਜੀ ਦਾ ਡੇਰਾ ਕਰਾਵਾਂਗਾ, ਫਿਰ ਮੈਂ ਘਰ ਨੂੰ ਜਾਵਾਂਗਾ। हिम कै संग तुरंगम कीना, चलत पंथ कै सुनत परबीना। ਇਹ ਗੱਲ ਕਰਕੇ ਰਵਾਲ ਆਪਣਾ ਸਕੇਤ ਮੰਡੀ ਦਾ ਰਾਜਾ ਆਪਣੇ ਘੋੜੇ ਤੇ ਸਵਾਰ ਹੋਇਆ ਹੈ। दिवस टरियो चालत मग जबै, सरता तीर पहुँचे तबै। ਔਰ ਦਿਨ ਛਿਪਣ ਹੀ ਵਾਲਾ ਸੀਗਾ, ਪਿਛਲੇ ਪਹਿਰ ਗੁਰੂ ਪਾਤਸ਼ਾਹ ਨੇ ਉੱਥੋਂ ਚਾਲੇ ਪਾਏ ਸੀ। ਔਰ ਇਸ ਤਰ੍ਹਾਂ ਸਰਤਾ ਕਹਿੰਦੇ ਆ ਨਦੀ ਨੂੰ, ਨਦੀ ਦੇ ਕਿਨਾਰੇ ਕਿਨਾਰੇ ਚੱਲਦੇ ਆ। ਉਤਰੇ ਤਟ ਪਰ ਲੈ ਬਿਅਮਲ, ਧਰੀ ਤਰਾ ਪਗ ਜੁਗ ਪਗ ਕਮਲ। ਇਹਦੇ ਨਗਰ ਦੇ ਨੇੜੇ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨਦੀ ਦੇ ਕਿਨਾਰੇ ਉਤਰਨਾ ਕੀਤਾ ਹੈ ਜੀ। ਦਾਸ ਆਏ ਸ਼ੁਭ ਫਰਸ਼ ਵਿਛਾਵਾ, ਤਬ ਸੁਖਾ ਤਤਕਾਲ ਬਨਾਵਾ। ਔਰ ਗੁਰੂ ਕੀਆਂ ਫੌਜਾਂ ਵੀ ਉਤਰੀਆਂ, ਸਤਿਗੁਰਾਂ ਦੇ ਕੋਲ ਇਕੱਠੀਆਂ ਹੋ ਗਈਆਂ ਤੇ ਢੰਡਿਆਈ ਤਿਆਰ ਕੀਤੀ ਗਈ। ਉਹਨਾਂ ਸਮਿਆਂ ਦੇ ਵਿੱਚ ਢੰਡਿਆਈ, ਜਿਸ ਦੇ ਵਿੱਚ ਕਾਜੂ ਬਦਾਮ ਆਦਿ ਇਹ ਤਾਕਤਵਰ ਮੇਵੇ ਪਾ ਕੇ ਬਣਾਈ ਜਾਂਦੀ ਸੀ, ਭਾਵੇਂ ਕਿ ਉਹਦੇ ਵਿੱਚ ਸੁੱਖਾ ਵੀ ਪਾਇਆ ਜਾਂਦਾ ਸੀ, ਪਰ ਕੇਵਲ ਸੁੱਖਾ ਨਹੀਂ ਸੀ ਪੀਂਦੇ। ਉਹਨਾਂ ਸਮੇਂ ਵੀ ਚਾਹ ਦਾ ਪ੍ਰੋਗਰਾਮ ਨਹੀਂ ਸੀ ਹੁੰਦਾ। ਢੰਡਿਆਈ ਜੋ ਦੁੱਧ ਪਾ ਕੇ ਤਿਆਰ ਕੀਤੀ ਜਾਂਦੀ ਸੀ, ਉਹਦੇ ਵਿੱਚ ਸਾਰੇ ਕਾਜੂ ਬਦਾਮ ਆਦਿ ਮੇਵੇ ਪਾ ਕਰਕੇ
ਉਹ ਸਿੰਘਾਂ ਨੇ ਤਿਆਰ ਕੀਤੇ ਹੈ। ਉਤਰਿਓ ਗਿਰਪਤ ਚਮਨ ਸਮੇਤ ਸ਼੍ਰੀ ਪ੍ਰਭ ਨਿਕਟ ਹੋਏ ਸਹਚੇਤ। ਔਰ ਰਾਜਾ ਵੀ ਆਪਣੇ ਘੋੜੇ ਤੋਂ ਉਤਰ ਕੇ ਸਤਿਗੁਰਾਂ ਦੇ ਕੋਲ ਆਇਆ ਹੈ। ਥਾਨ ਥਾਨ ਤਟ ਸਿੰਘ ਥਿਰੇ ਹੈ ਭਗ ਅਫੀਮਾ ਆਣ ਕਰੇ ਹੈ। ਔਰ ਸਿੰਘਾਂ ਨੇ ਵੀ ਉਸ ਦੇ ਕਿਨਾਰੇ ਤੇ ਜਗ੍ਹਾ ਜਗ੍ਹਾ ਤੇ ਆਪਣੇ ਉਤਾਰੇ ਕੀਤੇ ਤੇ ਜਲ ਪਾਣੀ ਛਕਣਾ ਕੀਤਾ ਹੈ ਜੀ। ਦੋਨੋਂ ਮਾਦਕ ਗੁਰ ਛਕਲੀ ਨੇ ਸੋਚ ਸਨਾਨ ਸਬਨ ਤਨ ਕੀਨੇ। ਇਉਂ ਸਤਿਗੁਰਾਂ ਨੇ ਵੀ ਢੰਡਿਆਈ ਆਦਿ ਜਲ ਪਾਣੀ ਜੋ ਤਿਆਰ ਕੀਤਾ ਖਾਲਸੇ ਨੇ ਛਕਣਾ ਕੀਤਾ ਤੇ ਫਿਰ ਨਦੀ ਵਿੱਚ ਇਸ਼ਨਾਨ ਕੀਤਾ ਹੈ। ਸ਼੍ਰੀ ਪ੍ਰਭ ਤਬ ਦਸਤਾਰ ਸਜਾਏ ਉਪਰ ਬੰਦ ਜਿਗਾ ਤਮਕਾਏ। ਔਰ ਜਿਵੇਂ ਖਾਲਸੇ ਨੂੰ ਹੁਕਮ ਹੈ ਕੰਗਾ ਦੋਏ ਵਕਤ ਕਰ ਪਾਗ ਚੁਨੇ ਕਰ ਬਾਂਧਈ। ਦੋਨੇ ਸਮੇਂ ਸਿੱਖ ਨੂੰ ਹੁਕਮ ਹੈ ਕੇਸਾਂ ਨੂੰ ਵਾਹਣ ਦਾ ਫਿਰ ਦੁਬਾਰਾ ਦਸਤਾਰ ਨੂੰ ਸਜਾਉਣ ਦਾ। ਇਸੇ ਤਰ੍ਹਾਂ ਸਤਿਗੁਰਾਂ ਨੇ ਵੀ ਗੁਰੂ ਪਿਆਰਿਓ ਉਤਾਰਾ ਕੀਤਾ ਫਿਰ ਇਸ਼ਨਾਨ ਕੀਤਾ ਫਿਰ ਦਸਤਾਰ ਵਧਾ ਕਰਕੇ ਕੇਸਾਂ ਦੇ ਵਿੱਚ ਕੰਗਾ ਕਰਨਾ ਕੀਤਾ ਹੈ ਫਿਰ ਦੁਬਾਰਾ ਦਸਤਾਰ ਨੂੰ ਸਜਾਉਣਾ ਕੀਤਾ ਹੈ ਜੀ। ਜਪ ਝੂਲਤ ਕਲਗੀ ਵਰ ਤੁੰਗ ਲਗੇ ਜਵਾਹਰ ਜਗਮਗ ਰੰਗ। ਔਰ ਸ਼੍ਰੇਸ਼ਟ ਉੱਚੀ ਕਲਗੀ ਜੋ ਦਸਤਾਰ ਦੇ ਉੱਪਰ ਸਜਾ ਲਈ ਹੈ ਜਿਹਨੂੰ ਹੀਰੇ ਜਵਾਹਰਾਤ ਆਦਿ ਲੱਗੇ ਹਨ ਜਿਸ ਨੂੰ ਸੋਨੇ ਦੀ ਮੁੱਠੀ ਲੱਗੀ ਹੈ। ਆਦ ਖਾਲਸਾ ਲਗਿਓ ਦੀਵਾਨਾ ਹੀਰਤ ਸਰਤਾ ਸੁੰਦਰ ਪਾਨਾ। ਔਰ ਨਦੀ ਦੇ ਕਿਨਾਰੇ ਤੇ ਸੁੰਦਰ ਮਾਹੌਲ ਹੈ ਵਾਤਾਵਰਨ ਕੁਦਰਤੀ ਬੜਾ ਸੋਹਣਾ ਜਿਸ ਦੇ ਕਿਨਾਰੇ ਤੇ ਸਤਿਗੁਰਾਂ ਨੇ ਗੁਰੂ ਪਿਆਰਿਓ ਉਤਾਰਾ ਕਰਨਾ ਕੀਤਾ ਹੈ। ਮੰਡੀ ਪਤ ਬੈਠਿਓ ਪ੍ਰਭ ਪਾਸ ਤਿਸ ਛਿਨ ਬੋਲੇ ਬਾਕ ਪ੍ਰਕਾਸ਼। ਸਕੇਤ ਮੰਡੀ ਦਾ ਰਾਜਾ ਵੀ ਆ ਕਰਕੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਆ ਫਿਰ ਗੱਲ ਚੱਲੀ ਹੈ। ਮੰਦ ਮੰਦ ਚਲ ਨੀਰ ਗੰਭੀਰ ਸੁੰਦਰ ਸ਼ੋਭਤ ਹੈ ਜੁਗਤੀਰ। ਹੌਲੀ ਹੌਲੀ ਨਦੀ ਦਾ ਪਾਣੀ ਵਗ ਰਿਹਾ ਹੈ ਔਰ ਸਤਿਗੁਰੂ ਪਾਤਸ਼ਾਹ ਤੇ ਰਾਜਾ ਸਕੇਤ ਮੰਡੀ ਦੋਵੇਂ ਕਿਨਾਰੇ ਤੇ ਬੈਠੇ ਹਨ। ਇੱਕ ਘਟ ਲੈ ਜਲ ਪਰ ਤਰਿਆਵੋ ਹਤੋ ਨਿਸ਼ਾਨਾ ਤੁਪਕ ਚਲਾਵੋ। ਔਰ ਗੁਰੂ ਪਿਆਰਿਓ ਉਸ ਵੇਲੇ ਸਕੇਤ ਮੰਡੀ ਦੇ ਰਾਜੇ ਨੇ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੀ ਮੰਡੀ ਨੂੰ ਬਚਾ ਲਿਓ। ਭਾਵ ਤੁਸੀਂ ਕਿਰਪਾ ਕਰਿਓ ਜਿਵੇਂ ਪਹਾੜੀਏ ਤੁਹਾਡੇ ਐਂਟੀ ਚੱਲ ਰਹੇ ਨੇ ਮੈਂ ਤੁਹਾਡੀ ਐਂਟੀ ਨਹੀਂ ਆ ਮੈਂ ਤੁਹਾਡਾ ਸੇਵਕ ਹਾਂ ਤੇ ਕਿਰਪਾ ਕਰਕੇ ਮੇਰੀ ਮੰਡੀ ਨੂੰ ਭਾਵ ਮੇਰੇ ਰਾਜ ਨੂੰ ਬਚਾ ਲੈਣਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ ਇਹ ਘੜਾ ਲੈ ਕੇ ਆਓ ਭਾਈ ਔਰ ਘੜੇ ਨੂੰ ਨਦੀ ਵਿੱਚ ਛੱਡਣਾ ਕਰੋ ਤੇ ਉਹ ਘੜਾ ਜਿਹੜਾ ਹੈ ਨਦੀ ਵਿੱਚ ਛੱਡਿਆ ਗਿਆ ਜੀ। ਹੁਕਮ ਖਾਲਸੇ ਪਰਮ ਪੇ ਹੋ ਇੱਕ ਸਿੰਘ ਕੱਟ ਲੈ ਤਬ ਗਿਓ। ਔਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਘੜਾ ਲੈ ਕੇ ਆਓ ਤੇ ਲਿਆ ਕਰਕੇ ਸਿੱਖਾਂ ਨੇ ਘੜਾ ਜਿਹੜਾ ਹੈ ਸਤਿਗੁਰਾਂ ਦੇ ਕੋਲ ਆਂਦਾ ਹੈ। ਜਿਤ ਤੇ ਜਲ ਆਵਤ ਤੈ ਤਰਿਓ ਸੁਦੋ ਕਟਾ ਨੀਰ ਪਰ ਤਰਿਓ। ਔਰ ਖਾਲੀ ਘੜਾ ਪਾਣੀ ਤੇ ਤੈਰਦਾ ਹੈ 10-20 ਕਦਮਾਂ ਦੂਰ ਜਾ ਕੇ ਜਿੱਧਰੋਂ ਪਾਣੀ ਆ ਰਿਹਾ ਸੀ ਵਗਦਾ ਹੋਇਆ ਉਧਰੋਂ ਘੜਾ ਪਾਣੀ ਉੱਤੇ ਛੱਡ ਦਿੱਤਾ ਤੇ ਪਾਣੀ ਨਾਲ ਹੌਲੀ ਹੌਲੀ ਵਗਣ ਲੱਗਿਆ ਜੀ। ਸਕਲ ਸਿੰਘ ਲੈ ਜਾਵਾਲਾ ਬਮਣੀ ਚੋਰੀ ਗਨ ਗੇਰੀ ਅਰਧਮਣੀ। ਔਰ ਬਾਦਸ਼ਾਹ ਸਿੰਘਾਂ ਨੂੰ ਕਹਿੰਦੇ ਇਹਦੇ ਨਿਸ਼ਾਨਾ ਮਾਰੋ ਘੜੇ ਦੇ। ਸਿੰਘਾਂ ਨੇ ਬੰਦੂਕ ਵਿੱਚ ਗੋਲੀਆਂ ਪਾ ਕੇ ਘੜੇ ਵੱਲ ਚਲਾਉਣੀਆਂ ਕੀਤੀਆਂ ਜੀ। ਰਹੇ ਚਲਾਏ ਸਿੰਘ ਬਹੁ ਤੇਰੇ ਇਕ ਨਾ ਲਗੀ ਘਟ ਕਿਸ ਤੇ ਬੇਰੇ। ਕਿਸੇ ਦੀ ਬੰਦੂਕ ਦੀ ਗੋਲੀ ਤਾਂ ਲੱਗ ਜਾਂਦੀ ਉਸ ਘੜੇ ਨੂੰ ਅਕਸਰ ਤਾਂ ਗੁਰੂ ਪਿਆਰੋ ਇਕੱਠੀਆਂ ਬੰਦੂਕਾਂ ਛੱਡਦੀ ਹੈ ਕੋਈ ਨਾ ਕੋਈ ਤਾਂ ਲੱਗਦੀ ਆ ਪਰ ਗੁਰੂ ਸਾਹਿਬ ਨੇ ਆਪਣਾ ਚੱਕਰ ਚਲਾਇਆ ਹੈ ਉਹਨਾਂ ਦੀ ਕਿਸੇ ਦੀ ਵੀ ਗੋਲੀ ਘੜੇ ਨੂੰ ਨਹੀਂ ਲੱਗੇ। ਚੋਰ ਚੋਰ ਉਰ ਮੈਂ ਬਿਸਮਾਏ ਇਹ ਕਿਆ ਪਿਓ ਨਾ ਜਾਣੀ ਜਾਏ। ਸਾਰੇ ਹੈਰਾਨ ਹੋ ਗਏ ਵੀ ਯਾਰ ਘੜਾ ਨਦੀ ਦੇ ਵਿੱਚ ਵਗਦਾ ਸਾਹਮਣੇ ਦਿਖਾਈ ਦੇ ਰਿਹਾ ਹੈ ਸਾਡੀਆਂ ਛੱਡੀਆਂ ਹੋਈਆਂ ਗੋਲੀਆਂ ਚੋਂ ਇੱਕ ਵੀ ਗੋਲੀ ਘੜੇ ਨੂੰ ਨਹੀਂ ਲੱਗੀ। ਸਾਰੇ ਹੈਰਾਨ ਹੋ ਗਏ ਜੀ। ਤਬ ਸਤਿਗੁਰ ਕਰ ਤੁਪ ਕੋ ਠਾਏ ਦੇ ਗਿਰਪਤ ਕੋ ਗਿਰਾ ਅਲਾਏ। ਉਹ ਫਿਰ ਸਤਿਗੁਰਾਂ ਨੇ ਬੰਦੂਕ ਚੱਕੀ ਆ
ਉਸ ਰਾਜੇ ਨੂੰ ਫੜਾਈ ਹੈ। तो पर हार गोरी समाही हथ बे बिना लक्ष रह नाही। ਔਰ ਤੂੰ ਨਿਸ਼ਾਨਾ ਬਿਨ ਕੇ ਮਾਰ ਗੋਲੀ ਇਸ ਘੜੇ ਦੇ, ਤੂੰ ਵੀ ਲਾ ਕੇ ਦੇਖ ਜ਼ੋਰ, ਇਹ ਘੜਾ ਭੰਨ ਕੇ ਦਿਖਾ। हाथ बंद गुर पग कर नमो मंडी पतले करते समो। ਔਰ ਗੁਰੂ ਪਿਆਰਿਓ ਕਹਿੰਦੇ ਉਸ ਨੇ ਹੱਥ ਬੰਨ ਕੇ ਸਤਿਗੁਰਾਂ ਨਮਸਕਾਰ ਕਰਕੇ ਜਦੋਂ ਗੋਲੀ ਚਲਾਈ ਹੈ। प्रथम प्रहारी कट उलटियो सुदे ते मुद्दा कर दियो। ਇਹਦੀ ਗੋਲੀ ਘੜੇ ਦੇ ਕੋਲ ਦੀ ਲੰਘੀ, ਘੜਾ ਫੁੱਟਿਆ ਨਹੀਂ, ਪਰ ਉਹ ਮੂਧਾ ਹੋ ਗਿਆ ਪਾਣੀ ਤੇ, ਮੂੰਹ ਵਾਲਾ ਪਾਸਾ ਥੱਲੇ ਚਲਿਆ ਗਿਆ। भई प्रसन्न बलोक गुसाई मंडी पत सो गिरा अलाई। ਔਰ ਇਹ ਚੀਜ਼ ਦਿਖਾ ਕਰਕੇ ਪਾਤਸ਼ਾਹ ਸਕੇਤ ਮੰਡੀ ਦੇ ਰਾਜੇ ਨੂੰ ਕਹਿਣ ਲੱਗੇ ਜੀ, विधि कामना जो तुम होए जाच लियो हम पुरबे सोए। ਤੇਰੀ ਜੋ ਵੀ ਇੱਛਾ ਹੈ ਤੂੰ ਸਾਥੋਂ ਮੰਗਣੀ ਕਰ। होत्यो निशाना हीर प्रसन्न गोरी मार सक्यो न आना। ਦੇਖ ਸਾਡੇ ਸਾਹਮਣੇ, ਤੇਰੇ ਸਾਹਮਣੇ ਅੰਨ ਕਹਿੰਦੇ ਆ ਸਾਰਿਆਂ ਨੇ, ਇੱਥੇ ਅੰਨ ਅਨਾਜ ਨੂੰ ਨਹੀਂ ਹੈ, ਅੰਨ ਭਾਵ ਇੱਥੇ ਅੰਨ ਕੋਈ ਵੀ ਗੋਲੀ ਮਾਰ ਕੇ ਘੜੇ ਨੂੰ ਭੰਨ ਨਹੀਂ ਸਕਿਆ। सुन गिर पत कर जोर बताई श्री प्रभु मुझको चाह न काई। ਔਰ ਰਾਜਾ ਕਹਿਣ ਲੱਗਿਆ, ਨਹੀਂ ਮਹਾਰਾਜ ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ ਹੈ। दूध पूत तन धाम कनेरे कृपा आप कीती कर मेरे। ਰਾਜ ਭਾਗ ਚੱਲਦਾ ਮਹਾਰਾਜ, ਘਰ ਦੇ ਵਿੱਚ ਦੁੱਧ ਪੁੱਤ ਸਭ ਕੁਝ ਵਾਧੂ ਹੈ। कहा जाचना करो गोसाई प्रथम करी पूर्ण समुदाई। ਤੁਸੀਂ ਪਹਿਲਾਂ ਹੀ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਹੋਈਆਂ ਮਹਾਰਾਜ, ਹੁਣ ਕੀ ਮੰਗਾ ਜੀ। सुन पुन पन्यो प्रभ कछ मांग पूर्ण होए देर न लाग। ਦੂਜੀ ਵਾਰ ਫਿਰ ਪਾਤਸ਼ਾਹ ਕਹਿੰਦੇ ਨਹੀਂ, ਤੂੰ ਕੁਛ ਤਾਂ ਮੰਗ ਲੈ, ਜੋ ਮੰਗੇਗਾ ਤੁਰੰਤ ਪੂਰਾ ਹੋਵੇਗਾ। रिस प्रसन्न ने निफल हमारी आते दियो चाहे उरतारी। ਔਰ ਸਾਡਾ ਜਿਹੜਾ ਤੇਰਾ ਮਿਲਾਪ ਹੋਇਆ ਹੈ ਖਾਲੀ ਨਹੀਂ ਜਾਣਾ ਚਾਹੀਦਾ, ਭਾਵ ਗੁਰੂ ਕੋਲੇ ਆਏ ਆ, ਧਿਆਨ ਦਿਓ, ਕੁਛ ਨਾ ਕੁਛ ਜ਼ਰੂਰ ਲੈਣਾ ਚਾਹੀਦਾ ਹੈ। ਆਪਣਾ ਜਿਹੜਾ ਮੇਲ ਹੈ ਇਹ ਨਿਫਲ ਨਹੀਂ ਜਾਣਾ ਚਾਹੀਏ ਜੀ। तब मंडी पत हर को चारा बहु पुष्तन लग राज हमारा। ਤੋ ਮੰਡੀ ਦੇ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਜਿਹੜਾ ਰਾਜ ਭਾਗ ਹੈ ਨਾ ਕਈ ਪੁਸ਼ਤਾਂ ਤੱਕ ਚੱਲਦਾ ਰਵੇ ਜੀ। रहे इसी विद जाचन करो इच्छा को उर में तरो। ਬਸ ਇਹੋ ਹੀ ਇੱਛਾ ਮੇਰੀ ਮਹਾਰਾਜ ਕਿ ਸਾਡਾ ਰਾਜ ਭਾਗ ਲੰਬਾ ਚੱਲਦਾ ਰਵੇ। उपजे पंथ समूह तुम्हारे करे राज छीने निरपसारे। ਮੈਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਖਾਲਸਾ ਪੰਥ ਤੁਹਾਡਾ ਵਧੇ ਫੁੱਲੇਗਾ ਔਰ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਬੜਾ ਰਾਜ ਹੋਵੇਗਾ। ਸਾਰਿਆਂ ਦਾ ਰਾਜ ਜਿਹੜਾ ਹੈ ਤੁਹਾਡੇ ਖਾਲਸੇ ਕੋਲ ਆ ਜਾਣਾ ਜੀ। सुन सतगुर तत्काल उचारा जो छीने गो राज तुम्हारा। ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਬਖਸ਼ਿਸ਼ ਕਰਦੇ ਐ ਰਾਜੇ ਸਕੇਤ ਮੰਡੀ ਵਾਲੇ ਨੂੰ, ਕਹਿੰਦੇ ਜਿਹੜਾ ਤੇਰਾ ਰਾਜ ਖੋਹੇਗਾ इस कट सम मुद्दा कर होवे जो छीने इत आए न जोवे। ਔਰ ਇਹ ਘੜੇ ਦੀ ਨਿਆਈ ਮੁੱਦਾ ਹੋ ਜਾਵੇਗਾ, ਜਿਵੇਂ ਕਹਿੰਦੇ ਆ ਫਲਾਣੇ ਦਾ ਘਰ ਤਾਂ ਮੁੱਦਾ ਹੋ ਗਿਆ, ਭਾਵ ਖਾਲੀ ਹੋ ਗਿਆ। ਇਸ ਤਰ੍ਹਾਂ ਕਹਿਣ ਲੱਗੇ ਉਹ ਖਤਮ ਹੋ ਜਾਵੇਗਾ ਜਿਹੜਾ ਤੇਰਾ ਰਾਜ ਖੋਹੇਗਾ। सुन भूपत की निस पगनामा चढ़ तो रंग चाली तह समो। ਔਰ ਇੱਕ ਆਮ ਕਹਾਵਤ ਮਸ਼ਹੂਰ ਹੈ ਉਸ ਇਲਾਕੇ ਦੀ, ਸਤਿਗੁਰਾਂ ਨੇ ਬਚਨ ਜਿਹੜਾ ਕਿਹਾ ਸੀਗਾ, ਜੈਸੇ ਰਹੀ ਹਮਾਰੀ ਹਾਂਡੀ ਤੈਸੇ ਰਹੇਗੀ ਤੁਮਾਰੀ ਮਾਂਡੀ। ਮਾਂਡੀ ਭਾ ਮੰਡੀ। ਜਿਵੇਂ ਇਹ ਘੜਾ ਟੁੱਟਿਆ ਨੀਗਾ ਕਿਸੇ ਦੀ ਵੀ ਗੋਲੀ ਨਾਲ, ਇਹ ਬਚ ਗਿਆ ਨਾ, ਜਿਵੇਂ ਅਸੀਂ ਘੜੇ ਨੂੰ ਇੰਨੀਆਂ ਗੋਲੀਆਂ ਚੋਂ ਬਚਾ ਲਿਆ, ਐਵੇਂ ਤੇਰੀ ਮੰਡੀ ਨੂੰ ਵੀ ਬਚਾਵਾਂਗੇ। ਜਿਹੜਾ ਤੇਰਾ ਰਾਜ ਖੋਹੇਗਾ ਉਹ ਘੜੇ ਦੀ ਨਿਆਈ ਮੁੱਦਾ ਹੋ ਜਾਵੇਗਾ। सलता लंगत मंडी आए उतरियो शिवर आन समुदाय। ਤੋ ਕੁਝ ਸਮਾਂ ਸਤਿਗੁਰੂ ਪਾਤਸ਼ਾਹ ਨਾਲ ਵਿਚਾਰਾਂ ਹੋਈਆਂ। ਫਿਰ ਜਿਹੜਾ ਹੈ ਰਾਜਾ ਸਤਿਗੁਰਾਂ ਨੂੰ ਨਦੀ ਪਾਰ ਕਰਾ ਕੇ ਮੰਡੀ ਸ਼ਹਿਰ ਭਾਵ ਆਪਣੇ ਰਾਜ ਵਿੱਚ ਲੈ ਆਇਆ ਜੇ। सर्व रीत की नृप कै सेवा करे रिझावन श्री गुरुदेवा। ਔਰ ਕਈ ਦਿਨ ਸਕੇਤ ਮੰਡੀ ਵਾਲੇ ਰਾਜੇ ਨੇ ਸਤਿਗੁਰਾਂ ਨੂੰ ਆਪਣੇ ਕੋਲ ਰੱਖ ਕਰਕੇ ਸੇਵਾ ਕਰਕੇ ਉਹਨਾਂ ਨੂੰ ਰਿਝਾ ਲਿਆ, ਭਾਵ
खुश कर लिया जी। केतक दिन प्रभ ताह टिकाए सेवे भूपत कर बहु पाए। ਬਹੁ ਭਾਏ ਬੜੇ ਹੀ ਪ੍ਰੇਮ ਨਾਲ ਸਕੇਤ ਮੰਡੀ ਵਾਲੇ ਰਾਜੇ ਨੇ ਸਤਿਗੁਰਾਂ ਨੂੰ ਸੇਵਨਾ ਕੀਤਾ, ਭਾਵ ਸੇਵਾ ਕੀਤੀ ਹੈ ਗੁਰੂ ਕੀਆਂ ਫੌਜਾਂ ਦੀ, ਗੁਰੂ ਕੇ। ਇੱਕ ਦਿਨ ਹਿਤ ਅਖੀਰ ਲੈ ਗਿਓ ਸੰਗ ਆਪ ਹੋਏ ਬਨ ਵਿਚਰਿਓ। ਤਾਂ ਹੁਣ ਸਤਿਗੁਰਾਂ ਦਾ ਸ਼ੌਂਕ ਹੈ ਸ਼ਿਕਾਰ ਖੇਡਣ ਜਾਣਾ, ਰਾਜੇ ਮਹਾਰਾਜੇ ਵੀ ਖੇਡਦੇ ਆ। ਇਸ ਸਕੇਤ ਮੰਡੀ ਵਾਲਾ ਰਾਜਾ ਜਿਹੜਾ ਸਤਿਗੁਰਾਂ ਨੂੰ ਇੱਕ ਦਿਨ ਕਹਿਣ ਲੱਗਿਆ ਚਲੋ ਸ਼ਿਕਾਰ ਖੇਡ ਕੇ ਆਈਏ ਸਾਡੇ ਇਲਾਕੇ ਵਿੱਚ। ਗੜ ਕਮਲਾ ਨਿਕਟ ਚਲ ਗਏ ਮਹਾਮ ਵਾਸੀ ਥਲ ਦਿਖ ਰਹੇ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜੇ ਦੇ ਨਾਲ ਕਿੱਥੇ ਚਲੇ ਗਏ? ਗੜ ਕਿਲਾ ਹੈ, ਕਿਲੇ ਦਾ ਨਾਂ ਹੈ ਗੜ ਕਮਲਾ, ਉਹਦੇ ਕੋਲ ਚਲੇ ਗਏ। ਔਰ ਸਤਿਗੁਰਾਂ ਨੂੰ ਇਹ ਇਲਾਕਾ ਬੜਾ ਹੀ ਆਕੀ ਲੱਗਿਆ, ਭਾਵ ਇਹ ਇਲਾਕੇ ਦੇ ਵਿੱਚ ਅਗਰ ਵੜ ਜਾਈਏ ਤੇ ਕੋਈ ਸਾਨੂੰ ਕੁਝ ਕਰ ਨਹੀਂ ਸਕੇਗਾ। ਇਹ ਜਗ੍ਹਾ ਬਹੁਤ ਵਧੀਆ ਹੈ, ਕਿਲੇ ਦੀ ਨਿਆਈ। ਇਸ ਕੇ ਨਿਕਟ ਸਿਵਰ ਕਰ ਦਿਓ ਇੱਕ ਗੜ ਗੁਰੂ ਤਾਹ ਰਚ ਲਿਓ। ਔਰ ਗੁਰੂ ਪਿਆਰਿਓ ਸਤਿਗੁਰਾਂ ਨੇ ਉੱਥੇ ਫਿਰ ਫੌਜਾਂ ਨੂੰ ਡੇਰਾ ਕਰਾਤਾ ਉਸ ਕਿਲੇ ਦੇ ਕੋਲ। ਇਸ ਕਿਲੇ ਦੇ ਵਿੱਚ ਕਹਿੰਦੇ ਡੇਰਾ ਕਰੋ, ਔਰ ਇੱਥੇ ਵੀ ਸਤਿਗੁਰਾਂ ਨੇ ਕਿਲਾ ਰਚ ਲਿਆ ਹੈ। ਬੈਠੇ ਬਚਨ ਭਿਓ ਗੁਰ ਕੀਰੋ ਇਸ ਥਲ ਪੰਥ ਆਏ ਜਬ ਮੇਰੋ। ਔਰ ਉੱਥੇ ਰਾਜੇ ਸਕੇਤ ਮੰਡੀ ਵਾਲੇ ਨਾਲ ਗੱਲਾਂ ਬਾਤਾਂ ਕਰਦਿਆਂ ਇਹ ਬਚਨ ਹੋਇਆ ਬਈ ਜਦੋਂ ਸਾਡਾ ਪੰਥ ਇਸ ਕਿਲੇ ਦੇ ਕੋਲ ਆਵੇਗਾ ਤਬ ਕਮਲਾ ਮਵਾਸੀ ਲੈ ਹੈ ਰਾਜ ਆਪਣਾ ਇਹਾਂ ਟਿਕੇ ਹੈ। ਔਰ ਤਾਂ ਖਾਲਸਾ ਜਿਹੜਾ ਹੈ ਕਮਲਾਹਗੜ੍ਹ ਆਕੀ ਕਿਲੇ ਨੂੰ ਲੈ ਲਵੇਗਾ। ਐਸਾ ਉਹ ਕਿਲਾ ਹੈ ਜਿਹੜਾ ਕਿ ਬੜਾ ਹੀ ਮਜ਼ਬੂਤ ਹੈ, ਪਰ ਸਾਡਾ ਖਾਲਸਾ ਇਹਨੂੰ ਜ਼ਰੂਰ ਪ੍ਰਾਪਤ ਕਰੇਗਾ। ਸੁਨ ਮੰਡੀ ਪਤ ਕਥਾ ਬਖਾਨੀ ਸਭ ਤੇਰੇ ਹੋ ਮਵਾਸ ਮਹਾਨੀ। ਤੋਂ ਮੰਡੀ ਦੇ ਰਾਜੇ ਨੇ ਕਿਹਾ ਮਹਾਰਾਜ ਇਹ ਕਿਲਾ ਕਿਸੇ ਤੋਂ ਜਿੱਤਿਆ ਨਹੀਂ ਗਿਆ। ਜਿਵੇਂ ਅਕਬਰ ਰਾਜੇ ਦੇ ਵੇਲੇ ਜੈਮਲ ਤੇ ਫਤਿਹ ਨੇ ਆਕੀ ਹੋ ਕੇ ਕਿਲੇ ਦੇ ਵਿੱਚ ਵੜ ਗਏ ਸੀਗੇ। ਕਾਰਨ ਕੀ ਸੀਗਾ? ਪਿਛਲੇ ਜਿਹੜੇ ਹਿੰਦੂ ਰਾਜੇ ਹੋਏ ਆ ਜਾਂ ਪਹਾੜੀਏ ਰਾਜੇ ਹੋਏ ਆ ਜਾਂ ਹਿੰਦੂ ਲੋਕ ਹੋਏ ਆ ਤੇ ਇਹਨਾਂ ਦੇ ਉੱਤੇ ਮੁਗਲਾਂ ਦਾ ਰਾਜ ਸੀਗਾ। ਇਹ ਧੱਕੇ ਨਾਲ ਇਹਨਾਂ ਦੀਆਂ ਲੜਕੀਆਂ ਨੂੰ ਆਪਣੇ ਘਰ ਵਿਆਹੁੰਦੇ ਸੀ, ਲੈ ਜਾਂਦੇ ਸੀ, ਧੱਕੇ ਨਾਲ ਹੀ ਲੈ ਜਾਂਦੇ ਸੀ। ਕੋ ਸਤਨਾਮ। ਔਰ ਇਹ ਲੋਕ ਵੀ ਡਰਦੇ ਦਿੰਦੇ ਸੀ ਉਹਨਾਂ ਲੜਕੀਆਂ ਆਪਦੀ ਜਾਨ ਬਚਾਉਣ ਵਾਸਤੇ। ਤੇ ਜੈਮਲ ਫੱਤਾ ਜਿਹੜੇ ਦੋ ਰਾਜਪੂਤ ਸੀਗੇ ਇਹਨਾਂ ਦੇ ਕੋਲੋਂ ਵੀ ਕਿਤੇ ਅਕਬਰ ਨੇ ਡੋਲਾ ਮੰਗਿਆ ਇਹਨਾਂ ਦੀ ਲੜਕੀ ਦਾ, ਉਹਨਾਂ ਨੇ ਜਵਾਬ ਦੇ ਦਿੱਤਾ। ਹੁਣ ਜਿਹੜਾ ਰਾਜੇ ਨੂੰ ਜਵਾਬ ਦੇ ਦਿੱਤਾ ਤੁਹਾਨੂੰ ਪਤਾ ਰਾਜਾ ਕੀ ਕਰੇਗਾ, ਪਰ ਇਹਨਾਂ ਨੇ ਜਵਾਬ ਦੇਣ ਤੋਂ ਬਾਅਦ ਇੱਕ ਕਿਲੇ ਦੇ ਵਿੱਚ ਟਿਕਾਣਾ ਕਰ ਲਿਆ ਆਪਣੇ ਪਰਿਵਾਰਾਂ ਸਮੇਤ ਔਰ ਕਿਲੇ ਨੂੰ ਬੰਦ ਕਰ ਲਿਆ। ਤੇ ਫਿਰ ਉਥੋਂ ਅਕਬਰ ਦੇ ਨਾਲ ਲੜਾਈ ਹੋਣੀ ਸ਼ੁਰੂ ਹੋਈ। ਕੋ ਸਤਨਾਮ। ਤਾਂ ਉਸ ਗਾਉਣ ਵਾਲਿਆਂ ਨੇ ਵੀ ਲਿਖਤਾ ਸਾਨੂੰ ਜੈਮਲ ਫੱਤਾ ਆਖਦੇ ਤੈਨੂੰ ਮੁਗਲਾਂ ਦੀ ਸਰਕਾਰ ਤੈਨੂੰ ਕਿਵੇਂ ਧੀ ਦਾ ਡੋਲਾ ਦੇ ਦਈਏ, ਸਾਡੀ ਤੇਰੇ ਨਾਲ ਨਿਭਦੀ ਨਹੀਂ ਹੈ, ਤੈਨੂੰ ਕਿਵੇਂ ਧੀ ਦੇ ਦਈਏ, ਅਸੀਂ ਹਿੰਦੂ ਆ ਤੂੰ ਮੁਗਲ ਹੈ ਮੁਸਲਮਾਨ ਹੈ, ਇਹ ਨਹੀਂ ਗੱਲ ਬਣਦੀ। ਤਾਂ ਇਸੇ ਤਰ੍ਹਾਂ ਫਿਰ ਉਹਨਾਂ ਦਾ ਉਹ ਕਿਲਾ ਅਕਬਰ ਤੋਂ ਜਿੱਤਿਆ ਨਹੀਂ ਸੀ ਗਿਆ, ਪਰ ਉਸ ਨੇ ਗੁਰੂ ਅਮਰਦਾਸ ਜੀ ਨੂੰ ਖੁਸ਼ ਕਰਕੇ ਉਹਨਾਂ ਤੋਂ ਬਚਨ ਕਰਾ ਲਿਆ, ਫਿਰ ਜਿੱਤਿਆ ਗਿਆ ਸੀ। ਤੋ ਇਸ ਵੇਲੇ ਹੁਣ ਕਿਲਾ ਆਪਣਾ ਇਹ ਰਾਜਾ ਕਹਿ ਰਿਹਾ ਮੰਡੀ ਵਾਲਾ ਮਹਾਰਾਜ ਇਹ ਕਿਲਾ ਬੜਾ ਤਕੜਾ ਹੈ, ਇਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ। ਪ੍ਰਥਮ ਸਿਕੰਦਰ ਇਸ ਥਲ ਆਇਓ ਚਿਤ ਮੇ ਚਾਹਤੇ ਸੇ ਛੁਟਾਇਓ। ਪਹਿਲਾ ਰਾਜਾ ਸਿਕੰਦਰ ਵੀ ਆਇਆ ਸੀ ਇਸ ਕਿਲੇ ਤੇ ਕਬਜ਼ਾ ਕਰਨ ਲਈ, ਉਹਦੀ ਵੀ ਇੱਛਾ ਸੀ। ਕਰਬ ਜਤਨ ਗਿਓ ਸੁਹਾਰਾ ਤਿਸ ਡਿਗ ਅਫਲਾਤਾਨੂ ਚਾਰਾ। ਅਫਲਾਤੂਨ ਗੁਰੂ ਪਿਆਰਿਓ ਉਸ ਦਾ ਕੋਈ ਮਨੁੱਖ ਹੈ ਸਿਕੰਦਰ ਦਾ। ਕਹਿੰਦੇ ਸਿਕੰਦਰ ਜਿਹੜਾ ਸੀਗਾ ਉਹ ਵੀ ਹਾਰ ਕੇ ਗਿਆ, ਉਹਦੇ ਕੋਲੋਂ ਇਹ ਕਿਲਾ ਜਿੱਤਿਆ ਨਾ ਗਿਆ। ਅਫਲਾਤੂਨ ਕਹਿਣ ਲੱਗਿਆ ਜਿਸ ਕੀ ਸਮਬੁੱਧ ਕਿਸ ਕੀ ਨਾਹੀ ਅਦਭੁਤ ਮਤ ਅਤ ਥੀ ਇਸ ਮਾਹੀ। ਇਸ ਅਫਲਾਤੂਨ ਬਾਰੇ ਬੜੀ ਮਸ਼ਹੂਰ ਕਹਾਣੀ ਹੈ ਬਈ ਇਹ ਦਿਮਾਗ ਦਾ ਬੜਾ ਤੇਜ਼ ਸੀਗਾ, ਇਹਨੇ ਤਾਂ ਮੌਤ ਤੋਂ ਬਚਣ ਵਾਸਤੇ ਵੀ ਇੰਤਜ਼ਾਮ ਕਰ ਲਿਆ ਸੀਗਾ, ਪਰ ਉਹਦੇ ਮੂਹਰੇ ਕਿਸੇ ਦੀ ਨਹੀਂ ਚੱਲਦੀ। ਆਪਣੇ ਵਰਗੀਆਂ ਅਨੇਕਾਂ ਹੀ ਬੁੱਤ ਬਣਾ ਕੇ ਕੰਧ ਨਾਲ ਖੜੇ ਕਰਤੇ ਕਿ ਤੈਨੂੰ ਪਤਾ ਲੱਗ ਗਿਆ ਮੇਰੀ ਮੌਤ ਨੇੜੇ ਆ। ਕੰਧ ਦੇ ਨਾਲ ਬੁੱਤ ਖੜੇ ਕਰਕੇ ਤੇ ਆਪ ਹੀ ਉਹਨਾਂ ਦੇ ਵਾਂਗੂ ਹੋ ਕੇ ਵਿੱਚ ਖੜ ਗਿਆ। ਦੂਰੋਂ ਵੇਖਣ 'ਚ ਪਤਾ ਨਹੀਂ ਸੀ ਲੱਗਦਾ ਵੀ ਇਹ ਸਾਰੇ ਬੁੱਤ ਹੈ ਜਾਂ ਵਿੱਚ ਕੋਈ ਜਿਉਂਦਾ ਬੰਦਾ ਵੀ ਖੜਾ। ਤੇ ਕਹਿੰਦੇ ਜਦੋਂ ਇਸ ਦਾ ਸਮਾਂ ਆਇਆ ਮੌਤ ਦਾ ਤੇ ਜਮਰਾਜ ਨੇ ਭੇਜੇ ਬੰਦੇ ਜਾਓ ਵੀ ਅਫਲਾਤੂ ਨੂੰ ਲੈ ਕੇ ਆਓ। ਜਦ ਲੈਣ ਆਏ ਤਾਂ ਅਫਲਾਤੂ ਇੱਕ ਵਰਗੇ ਨਿਰੇ ਹੀ ਖੜੇ ਉੱਥੇ।
ਉਹ ਵੀ ਚੱਕਰ 'ਚ ਪੈ ਗਏ ਵੀ ਇਹਨਾਂ 'ਚੋਂ ਕਿਹੜੇ ਨੂੰ ਲੈ ਕੇ ਜਾਣਾ, ਕਿਉਂਕਿ ਇੱਕ ਵਾਰੀ ਇੱਕ ਨੂੰ ਲੈ ਕੇ ਜਾਣਾ ਤਾਂ ਸੈਂਕੜੇ ਖੜੇ ਆ ਕੰਧ ਨਾਲ। ਘੁੰਮਦੇ ਰਹੇ, ਦੇਖਦੇ ਰਹੇ ਵੀ ਇਹ ਤਾਂ ਯਾਰ ਸਮਝ ਨਹੀਂ ਆਉਂਦੀ। ਉਹ ਵਾਪਸ ਚਲੇ ਗਏ, ਕਹਿੰਦੇ ਕਿਹੜਾ ਫਲਾਤੂ ਲਾਈਏ, ਉੱਥੇ ਕੋਈ ਨਿਰੇ ਖੜੇ ਆ। ਉਹਨੇ ਕਹਿੰਦੇ ਨਿਗਾਹ ਮਾਰੀ, ਥੱਲੇ ਵੀ ਇੰਨੇ ਤਾਂ ਭੇਜੇ ਨਹੀਂ, ਇੱਕੋ ਹੀ ਭੇਜਿਆ ਸੀ ਫਲਾਤੂ। ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਤੋਂ ਅਲੱਗ ਬਣਾਇਆ ਹੋਇਆ, ਕੋਈ ਨਾ ਕੋਈ ਆਪਣੇ 'ਚ ਫਰਕ ਹੈਗਾ ਸਾਰਿਆਂ 'ਚ। ਔਰ ਅੰਗੂਠਿਆਂ ਦੀਆਂ ਲਕੀਰਾਂ ਤਾਂ ਸਾਰਿਆਂ ਦੀ ਫਰਕ ਹੈ। ਕਹੋ ਸਤਨਾਮ। ਕਹਿਣ ਲੱਗਿਆ ਯਾਰ ਇੰਨੇ ਕਿੰਨੇ ਬਣ ਗਏ। ਨਿਗਾਹ ਮਾਰੀ, ਕਹਿੰਦੇ ਬੜਾ ਹੁਸ਼ਿਆਰ ਹੈ, ਮੌਤ ਤੋਂ ਬਚਣ ਵਾਸਤੇ ਚਲਾਕੀ ਕੀਤੀ ਆ। ਆਪਣੇ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਜਾਓ ਥੱਲੇ, ਉਹ ਬੁੱਤ ਹੈ ਸਾਰੇ ਕੰਧ ਨਾਲ ਖੜੇ ਤੇ ਉਹਨਾਂ ਦੇ ਵਿੱਚੋਂ ਲੁੱਕ ਕੇ ਖੜਾ, ਤੇ ਤੁਸੀਂ ਐਦਾਂ ਕਰੋ ਬੁੱਤਾਂ ਦੀ ਸਿਫਤ ਕਰਨੀ ਸ਼ੁਰੂ ਕਰ ਦਿਓ। ਬਈ ਕਮਾਲ ਕਰਤੀ ਆ ਤਾਂ ਕਿਸੇ ਕਲਾਕਾਰ ਨੇ, ਕਿੰਨੀਆਂ ਸੁੰਦਰ ਮੂਰਤੀਆਂ ਬਣਾਈਆਂ। ਵਾਹ ਬਈ ਵਾਹ, ਬੜੀਆਂ ਸੋਹਣੀਆਂ, ਆ ਵੀ ਸੁੰਦਰ ਹੈ ਯਾਰ। ਹੈ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਜਿਓ ਤੇ ਇੱਕ ਨੂੰ ਜਾ ਕੇ ਕੱਟ ਦਿਓ, ਯਾਰ ਆਹ ਨਹੀਂ ਠੀਕ ਬਣੀ, ਤੇ ਅਫਲਾਤੂ ਸਾਹਮਣੇ ਆ ਜਾਊਗਾ ਨਾਲ ਦੀ ਨਾਲ। ਕਹੋ ਸਤਨਾਮ। ਕਹਿਣ ਲੱਗੇ ਠੀਕ ਆ। ਉਹਨਾਂ ਨੇ ਜਾ ਕੇ ਉਹ ਮੂਰਤੀਆਂ ਦੀ ਸਿਫਤ ਕਰਨੀ ਸ਼ੁਰੂ ਕੀਤੀ, ਨਾਲੇ ਮੂਰਤੀਆਂ ਤੇ ਹੱਥ ਮਾਰ ਕੇ ਦੇਖੀ ਜਾਂਦੇ ਆ ਵੀ ਜਾਨ ਹੈ ਕਿ ਨਹੀਂ ਹੈ ਕਿਸੇ 'ਚ, ਤੇ ਨਾਲੇ ਸਿਫਤਾਂ ਕਰੀ ਜਾਂਦੇ ਆ। ਇੱਕ ਥਾਂ ਤੇ ਜਾ ਕੇ ਕਹਿੰਦੇ ਯਾਰ ਆਹ ਗਲਤ ਬਣੀ ਹੈ। ਕਹਿੰਦੇ ਕੀ ਗਲਤੀ ਹੈ 'ਚ? ਕਹਿੰਦੇ ਇਹਦਾ ਨੱਕ ਵਿੰਗਾ ਹੈ। ਇੰਨੀ ਗੱਲ ਸੁਣਦਾ ਹੀ ਅਫਲਾਤੂ ਉਹਨਾਂ ਵਿੱਚੋਂ ਨਿਕਲ ਕੇ ਸਾਹਮਣੇ, ਕਹਿੰਦੇ ਕਿੱਥੋਂ ਵਿੰਗਾ ਮੈਨੂੰ ਵਿਖਾਓ। ਕਹਿੰਦੇ ਆ ਜਾ ਤੇਰਾ ਹੀ ਵਿੰਗਾ ਕਰਨਾ। ਕਹੋ ਸਤਨਾਮ। ਤੇਰਾ ਹੀ ਵਿੰਗਾ ਕਰਨਾ। ਉਹ ਅਫਲਾਤੂ ਸ਼ਾਇਰ ਸਿਕੰਦਰ ਦੇ ਸਮੇਂ ਹੋਇਆ। ਇਹ ਕੀ ਕਹਿੰਦਾ ਹੈ? ਕਿਸਨੇ ਪਰਬਤ ਕੀ ਨਸ ਜਾਣੀ, ਟੰਕ ਦੀ ਤਬ ਨਿਕਟਿਓ ਪਾਣੀ। ਔਰ ਉਸ ਨੇ ਪਹਾੜਾਂ ਦੀ ਨਾਲੀ ਜਾਣ ਲਈ, ਭਾਵ ਕਿੱਥੋਂ ਪਾਣੀ ਨਿਕਲਦਾ ਹੈ, ਜਦੋਂ ਨਾਲੀ ਬੰਦ ਕਰ ਦਿੱਤੀ ਤੇ ਪਾਣੀ ਰੁਕ ਗਿਆ। ਆਤਰ ਨਿਰਪ ਜਪ ਸੁਰਪਤ ਕੀਰਾ, ਭਿਉ ਪ੍ਰਸੰਨ ਆਏ ਤਿਸ ਬੇਰਾ। ਉਹ ਜਦੋਂ ਇੰਦਰ ਰਾਜਾ ਦੇਵਤਿਆਂ ਦਾ ਖੁਸ਼ ਹੋਇਆ ਤੇ ਇਹਦੇ ਕੋਲ ਆਇਆ ਹੈ ਜੀ। ਇੱਕ ਪੱਥਰੀ ਕਨ ਜੁਤ ਕਰ ਦੀਨਾ, ਸੋ ਸੰਪਟ ਮੇ ਪਾਵਨ ਕੀਨਾ। ਔਰ ਇੱਕ ਪੱਥਰੀ ਬਦਲੀ ਵਰਗੀ ਚਿੱਟੀ ਕਰ ਦਿੱਤੀ ਔਰ ਡੱਬੇ ਦੇ ਵਿੱਚ ਪਾ ਦਿੱਤੇ ਜੇ। ਪੈਸਾ ਪਰ ਕਨ ਕੀਰ ਅਕਾਰਾ, ਜਬ ਖੋਲੇ ਤਬ ਕਰ ਵਿਸਥਾਰਾ। ਔਰ ਉਹ ਪੱਥਰੀ ਜਿਹੜੀ ਉਸ ਦਾ ਘਣ ਹੁੰਦਾ ਆਕਾਰ, ਪੈਸਾ ਭਰ ਸੀ, ਪੈਸੇ ਕਿ ਜਿੰਨਾ ਆਕਾਰ ਸੀ, ਪਰ ਜਦ ਡੱਬਾ ਖੋਲਦੇ ਆ ਤੇ ਉਹ ਪੱਥਰੀ ਫੈਲ ਜਾਂਦੀ ਹੈ। ਇਸ ਗਿਰ ਸਮ ਹੋਏ ਕਰ ਬਰਸਾਵੈ, ਅਦਕ ਨੀਰ ਕੀਨ ਸਮਨ ਭਾਵੈ। ਭਾਵ ਇੰਦਰ ਵੀ ਚੱਕਰ ਚ ਪਾ ਦਿੱਤਾ। ਪਹਾੜ ਚੋਂ ਪਾਣੀ ਨਹੀਂ ਸੀ ਨਿਕਲਦਾ, ਉਹ ਕਹਿੰਦਾ ਕੋਈ ਗੱਲ ਨਹੀਂ ਆ ਰੱਖ ਲਓ, ਜਦੋਂ ਢੱਕਣ ਖੋਲਿਆ ਕਰੋਗੇ ਇਹ ਮੀਂਹ ਪਾ ਦਿਆ ਕਰੂਗੀ। ਜਬ ਸੋ ਪੁੱਟ ਮੈਂ ਪੱਥਰੀ ਤਰੈ, ਲੱਗ ਹੋਏ ਸੋ ਪੁੱਟ ਮੈਂ ਘਨ ਭਰੈ। ਔਰ ਜਦੋਂ ਸੰਪਟ, ਜਦੋਂ ਤੁਸੀਂ ਇਸ ਪੱਥਰੀ ਨੂੰ ਉਸ ਦੇ ਵਿੱਚ ਬੰਦ ਕਰ ਦਿਆ ਕਰੋਗੇ ਤੇ ਕਹਿੰਦੇ ਮੀਂਹ ਪੈਣਾ ਬੰਦ ਹੋ ਜਾਇਆ ਕਰੇਗਾ। ਜਬ ਚਾਹੈ ਤਬ ਲੈ ਨਿਕਾਰੇ, ਬਰਖਾ ਵੈ ਬਰਖਾ ਬਰਬਾਰੇ। ਜਦੋਂ ਮੀਂਹ ਦੀ ਲੋੜ ਹੋਵੇ ਇਸ ਪੱਥਰੀ ਨੂੰ ਵਿੱਚੋਂ ਕੱਢ ਲਿਆ ਕਰੋ। ਹੀਰ ਸਿਕੰਦਰ ਏਵਮ ਵਾਸ, ਤਿਆਗ ਦੇ ਗੜ ਲੇਬੇ ਆਸ। ਔਰ ਸਿਕੰਦਰ ਨੇ ਇਹ ਗੱਲ ਦੇਖ ਕੇ ਫਿਰ ਉਹ ਕਿਲੇ ਨੂੰ ਜਿੱਤਣ ਦੀ ਆਸ ਹੈ ਜਿਹੜੀ ਉਹ ਤਿਆਗ ਦਿੱਤੇ ਸੇ। ਜਿਉ ਪਰ ਥਲ ਰਹਿਓ ਮਵਾਸ, ਆਪਨ ਕੌਣ ਲੈਬੇ ਕਰਿਆਸ। ਮਹਾਰਾਜ ਰਾਜਾ ਸਿਕੰਦਰ ਵੀ ਇਸ ਇਲਾਕੇ ਨੂੰ ਜਿੱਤ ਨਹੀਂ ਸਕਿਆ ਤੇ ਹੋਰ ਤਾਂ ਕਿਸੇ ਦੀ ਤਾਕਤ ਹੀ ਕੀ ਹੈ। ਇੱਕ ਹੋਰ ਵੀ ਮੈਂ ਗੱਲ ਦੱਸਾਂ ਕਿ ਇਸ ਭਾਰਤ ਦੇ ਉੱਤੇ ਕਬਜ਼ਾ ਕਰਨ ਵਾਲੇ ਬਹੁਤ ਲੋਕ ਆਏ। ਇਤਿਹਾਸ ਦੀਆਂ ਕਿਤਾਬਾਂ 'ਚੋਂ ਆਪਾਂ ਪੜ੍ਹਿਆ ਕਰਦੇ, ਸਮਾਜਿਕ ਸਿੱਖਿਆ 'ਚੋਂ ਕਿੰਨੇ ਲੋਕ ਇੱਥੇ ਵਪਾਰੀ ਬਣ ਕੇ ਆਏ, ਕਿੰਨੇ ਯਾਤਰੀ ਬਣ ਕੇ ਆਏ। ਅੰਗਰੇਜ਼ਾਂ ਤੋਂ ਪਹਿਲਾਂ ਵੀ ਬਹੁਤ ਆਏ ਔਰ ਉਹਨਾਂ ਨੂੰ ਇਸ ਭਾਰਤ ਦੀ ਧਰਤੀ ਨਾ ਬੜੀ ਉਪਜਾਊ ਔਰ ਇਹਦੀ ਮਿੱਟੀ ਵਿੱਚ ਕਈ ਤਰ੍ਹਾਂ ਦੀਆਂ ਯੂਰੇਨੀਅਮ ਵਰਗੀਆਂ ਤਾਕਤਾਂ ਦਿਖਾਈ ਦਿੱਤੀਆਂ, ਤੱਤ ਦਿਖਾਈ ਦਿੱਤੇ। ਉਹਨਾਂ ਨੇ ਕੋਸ਼ਿਸ਼ ਕੀਤੀ ਇੱਥੇ ਰਾਜ ਕਰਕੇ ਇਹਦੇ ਵਿੱਚੋਂ ਉਹ ਸ਼ਕਤੀਆਂ ਪ੍ਰਾਪਤ ਕਰਨ ਦੀ, ਪਰ ਜਦੋਂ ਉਹਨਾਂ ਦੇ ਧਿਆਨ ਪੰਜਾਬ ਦੇ ਵੱਲ ਆਏ ਨਾ, ਫਿਰ ਪੰਜਾਬ ਵਾਲਿਆਂ ਨੇ ਨੱਕ ਮੋੜ ਦਿੱਤੇ। ਕਹੋ ਸਤਨਾਮ। ਸਾਰੇ ਇਤਿਹਾਸ ਪੜ੍ਹ ਕੇ ਦੇਖ ਲਓ। ਜਦੋਂ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬੀਆਂ ਨੇ ਉਹਨਾਂ ਦੇ ਨੱਕ ਮੋੜੇ। ਅੱਜ ਤੱਕ ਵਰਤਮਾਨ ਤੱਕ ਵੀ ਦੇਖ ਸਕਦੇ ਹੋ। ਅਹਿਮਦ ਸ਼ਾਹ ਅਬਦਾਲੀ 17 ਵਾਰੀ ਹਿੰਦੁਸਤਾਨ ਨੂੰ, ਇਸ ਭਾਰਤ ਨੂੰ ਲੁੱਟ ਕੇ ਲੈ ਗਿਆ, ਪਰ ਜਦੋਂ ਖਾਲਸਾ ਪੰਥ ਨੂੰ ਪਤਾ ਲੱਗਿਆ ਨਾ, ਫਿਰ ਇਹਦਾ ਵੀ ਨਾ ਖਾਲਸੇ ਪੰਥ ਨੇ ਮੋੜਿਆ। ਕਹੋ ਸਤਨਾਮ। ਇਹ ਸਿਕੰਦਰ ਦੀ ਵੀ ਇੱਛਾ ਵਿੱਚ ਰਹਿ ਗਈ ਮਨ ਦੇ ਕਿ ਭਾਰਤ ਵਿੱਚ ਮੈਂ ਰਾਜ ਕਰਨਾ ਸੀ। ਇਹ ਸਿਕੰਦਰ ਵੀ ਇੱਥੇ ਰਾਜ ਨਹੀਂ ਕਰ ਸਕਿਆ। ਵੱਡੇ ਵੱਡੇ ਰਾਜੇ ਹੋ ਕੇ ਗਏ ਨੇ ਇੱਥੋਂ, ਪਰ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਹੈ
ਕਿ ਇੱਥੇ ਉਹਨਾਂ ਦਾ ਰਾਜ ਪੱਕਾ ਨਹੀਂ ਹੋ ਸਕਿਆ। ਅੰਗਰੇਜ਼ਾਂ ਨੇ ਵੀ ਰਾਜ ਕਰ ਲਿਆ। ਜਦੋਂ ਉਹਨਾਂ ਨੇ ਵੀ ਸਾਰੇ ਸੂਬਿਆਂ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ, ਜਦੋਂ ਪੰਜਾਬ ਸੂਬੇ ਦੇ ਉੱਤੇ ਉਹਨਾਂ ਦਾ ਖਿਆਲ ਗਿਆ, ਇਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਇੱਥੋਂ ਹੀ ਸ਼ਹੀਦ ਭਗਤ ਸਿੰਘ ਵਰਗੇ, ਉਸ ਤੋਂ ਪਹਿਲਾਂ ਉਹਨਾਂ ਦੇ ਚਾਚਾ ਅਜੀਤ ਸਿੰਘ ਵਰਗੇ ਉੱਠੇ ਔਰ ਇਹਨਾਂ ਨੂੰ ਇੱਥੋਂ ਜਾਣਾ ਪਿਆ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਨੂੰ ਇਹ ਦੱਸ ਰਹੇ ਨੇ, ਕਹਿੰਦੇ ਮਹਾਰਾਜ ਇੱਥੇ ਰਾਜਾ ਸਿਕੰਦਰ ਵੀ ਰਾਜ ਕਰਨ ਆਇਆ ਸੀ, ਉਹ ਵੀ ਇੱਥੇ ਕਬਜ਼ਾ ਨਹੀਂ ਕਰ ਸਕਿਆ ਇਸ ਆਕੀ ਕਿਲੇ ਤੇ। ਸਤਿਗੁਰ ਕਹਿਓ ਸਮਾਸ ਹੋਏ, ਆਨ ਖਾਲਸਾ ਤੋ ਰਹਿ ਸੋਏ। ਕਹਿੰਦੇ ਕੋਈ ਨਹੀਂ, ਸਾਡੇ ਖਾਲਸੇ ਦਾ ਕਿਲਾ ਹੈ, ਇਸ ਨੂੰ ਸਾਡਾ ਖਾਲਸਾ ਹੀ ਤੋੜੇਗਾ, ਜਿੱਤੇਗਾ। ਤਿਨ ਕੈ ਬਸੇ ਦੁਰਗ ਸਚ ਰਹਾ, ਨਾਮ ਗੋਬਿੰਦ ਗੜ ਤਿਸ ਕੋ ਕਹਾ। ਔਰ ਸਤਿਗੁਰਾਂ ਨੇ ਉੱਥੇ ਇੱਕ ਹੋਰ ਕਿਲਾ ਬਣਵਾ ਦਿੱਤਾ, ਜਿਸ ਦਾ ਨਾਮ ਗੋਬਿੰਦਗੜ੍ਹ ਰੱਖਿਆ ਗਿਆ ਜੀ। ਤੇਤਕ ਦਿਨ ਪ੍ਰਭ ਤਾਂ ਗੁਜਾਰੇ, ਬਹੁਰ ਪ੍ਰਭੂ ਹੈ ਕਰ ਅਸਵਾਰੇ। ਔਰ ਇੱਥੇ ਕਾਫੀ ਸਮਾਂ ਸਤਿਗੁਰਾਂ ਨੇ ਬਤੀਤ ਕੀਤਾ ਤੇ ਫਿਰ ਇੱਥੋਂ ਅਨੰਦਪੁਰ ਸਾਹਿਬ ਦੇ ਵੱਲ ਨੂੰ ਚਾਲੇ ਪਾ ਦਿੱਤੇ ਜੀ। ਸ੍ਰੀ ਅਨੰਦਪੁਰ ਕੋ ਚਲੇ ਆਏ, ਸੰਗ ਖਾਲਸਾ ਚੜ ਸਮੁਦਾਏ। ਉੱਥੋਂ ਫਿਰ ਸਕੇਤ ਮੰਡੀ ਦੀ ਯਾਤਰਾ ਕਰਕੇ, ਉਹ ਸਰਵਾਲਸਰ ਦੇ ਇਲਾਕੇ ਦੀ ਯਾਤਰਾ ਕਰਕੇ ਪਾਤਸ਼ਾਹ ਅਨੰਦਪੁਰ ਆ ਗਏ ਆਪਣੀਆਂ ਫੌਜਾਂ ਸਮੇਤ। ਕਵੀ ਕਹੇ ਜੋ ਗੁਰ ਬਰਦੀਨਾ, ਸੋ ਹਮਨੇ ਅਵਲੋਕਨ ਕੀਨਾ। तो कवि संतोख ਸਿੰਘ ਲਿਖਦਾ ਹੈ, ਕਹਿੰਦਾ ਜੋ ਗੁਰੂ ਸਾਹਿਬ ਨੇ ਇਹ ਵਰ ਉਧਰ ਦਿੱਤੇ ਸੀ, ਬਖਸ਼ਾ ਕੀਤੀਆਂ ਸਨ, ਮੈਂ ਦੇਖ ਕੇ ਆਇਆ। ਜਿਸ ਭੂਪਤ ਸਿੰਘ ਮੰਡੀ ਲੀਨਾ, ਤਤਕਾਲ ਤਿਸ ਕੋ ਫਲ ਦੀਨਾ। ਔਰ ਜਿਸ ਰਾਜੇ ਨੇ ਮੰਡੀ ਨੂੰ ਬਚਾਉਣ ਵਾਸਤੇ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਤੁਰੰਤ ਹੀ ਉਸ ਨੂੰ ਬਚਨ ਕਰ ਦਿੱਤਾ ਸੀ, ਜੈਸੀ ਰਹੇਗੀ ਹਮਰੀ ਹਾਂਡੀ, ਤੈਸੇ ਬਚੇਗੀ ਤੁਮਰੀ ਮਾਂਡੀ। ਕਹੋ ਸਤਨਾਮ ਵਾਹਿਗੁਰੂ। तो ਇਹ ਬਚਨ ਪੂਰੇ ਹੋਏ ਹਨ। ਤਿਤ ਸੁਤ ਦੋਨੋਂ ਅੰਮ੍ਰਿਤ ਕੋ ਪਾਏ, ਤਿਨ ਕੋ ਸਦਨ ਦਿਓ ਉਲਟਾਏ। ਔਰ ਇੱਕ ਰਾਜਾ ਚੜ ਕੇ ਆਇਆ ਸੀ ਉਸ ਦੇ ਉੱਪਰ, ਪਰ ਉਹਦਾ ਘਰ ਵੀ ਮੂਧਾ ਵੱਜ ਗਿਆ, ਭਾਵ ਇੱਕ ਪੁੱਤਰ ਸੀ ਉਹ ਵੀ ਮਰ ਗਿਆ, ਰਾਜਾ ਵੀ ਮਰ ਗਿਆ। ਮੂਧਾ ਕਰ ਹਮ ਆਖਨ ਦੇਖਾ, ਅਪਰ ਸਿੰਘ ਨਿਰਪਥਰਿਓ ਵਿਸ਼ੇਖਾ। ਕਹਿਣ ਲੱਗੇ ਅਸੀਂ ਮੂਧੇ ਹੋਏ ਘਰਾਂ ਨੂੰ ਅੱਖੀ ਦੇਖਿਆ ਹੈ, ਖਾਲੀ ਹੋਏ ਦੇਖਿਆ ਹੈ। 1840 ਦੀ ਇਹ ਗੱਲ ਹੈ, ਕੰਵਰ ਨੌ ਨਿਹਾਲ ਸਿੰਘ ਦੇ ਹੁਕਮ ਨਾਲ ਮੰਡੀ ਤੇ ਹਮਲਾ ਹੋਇਆ ਸੀ। ਰਾਜਾ ਬਲਵੀਰ ਸੈਨ ਨੂੰ ਅੰਮ੍ਰਿਤਸਰ ਭੇਜਿਆ ਸੀ, ਪਰ ਥੋੜੇ ਹੀ ਸਮੇਂ ਬਾਅਦ ਮਹਾਰਾਜਾ ਖੜਕ ਸਿੰਘ, ਕੰਵਰ ਨੌ ਨਿਹਾਲ ਸਿੰਘ ਬਾਪ ਬੇਟਾ, ਇਹ ਦੋਨੇ ਮਾਰੇ ਗਏ ਤੇ ਮਹਾਰਾਜ ਸ਼ੇਰ ਸਿੰਘ ਨੇ ਬਾਅਦ ਵਿੱਚ ਮੰਡੀ ਦੇ ਰਾਜੇ ਨੂੰ ਗੁਰੂ ਪਿਆਰਿਓ ਛੱਡ ਦਿੱਤਾ ਸੀ, ਕਿਉਂਕਿ 10ਵੇਂ ਪਾਤਸ਼ਾਹ ਦਾ ਬਚਨ ਹੋਇਆ ਔਰ ਇਹਨਾਂ ਨੇ ਮੰਡੀ ਦੇ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਗੁਰੂ ਸਾਹਿਬ ਦਾ ਬਚਨ ਇਹ ਤੋੜ ਨਹੀਂ ਸਕੇ। ਗੁਰ ਕੋ ਬਾਕ ਨੇ ਫਲ ਕਿਮ ਜਾਏ, ਗੜ ਕਮਲਾ ਖਾਲਸੇ ਪਾਏ। ਗੁਰੂ ਦੇ ਬਚਨ ਕਿਵੇਂ ਖਾਲੀ ਜਾ ਸਕਦੇ ਐ? ਕਮਲਾ ਕਿਲ, ਕਮਲਾ ਗੜ, ਭਾਵ ਉਹ ਕਮਲਾ ਕਿਲਾ ਜਿਹੜਾ ਆਕੀ ਕਿਲਾ ਹੈ, ਉਹ ਤਾਂ ਖਾਲਸੇ ਨੇ ਨਪਣਾ ਹੈ। ਗੁਰ ਬਚ ਸਫਲ ਜਨਾਵਨ ਕਾਰਨਾ, ਇਹ ਪ੍ਰਸੰਗ ਪੀ ਕਰਿਓ ਉਚਾਰਨਾ। ਇਸ ਤਰ੍ਹਾਂ ਗੁਰੂ ਦੇ ਬਚਨਾਂ ਨੂੰ ਸੱਤ ਦੱਸਣ ਵਾਸਤੇ ਮੈਂ ਆਪ ਜੀ ਨੂੰ ਇਹ ਗੱਲ ਵੀ ਨਾਲ ਲੱਗਦੀ ਦੱਸਣੀ ਕੀਤੀ ਹੈ ਕਿ ਉਹ ਬਚਨ ਅੱਜ ਤੱਕ ਵੀ ਸਫਲ ਹੈ। ਸ਼ਾਇਦ ਜਦ 96 ਕਰੋੜ ਖਾਲਸਾ ਆਵੇਗਾ ਤੇ ਸਾਰੇ ਦੇਸ਼ ਤੇ ਉਹਦਾ ਰਾਜ ਹੋਵੇਗਾ, ਫਿਰ ਉਹ ਕਿਲਾ ਖਾਲਸੇ ਨੂੰ ਹੀ ਖੋਲਣਾ ਪੈਣਾ। ਸੁਨ ਸਰੋਤਾ ਰਸ ਪੂਰਨ ਕਥਾ, ਭਈ ਜਥਾ ਪਾਵਨ ਕਹਿ ਤਥਾ। ਇਸ ਕਰਕੇ ਗੁਰੂ ਪਿਆਰਿਓ ਇਹ ਪਵਿੱਤਰ ਕਥਾ ਸੰਪੂਰਨ ਹੋਈ ਹੈ। ਗੱਲ ਜੋ ਛੋਟੀ ਜੀ ਸਾਖੀ ਸੀ ਸੰਪੂਰਨ ਹੋਈ, ਔਰ ਜਿਵੇਂ ਹੋਈ ਸੀ ਮੈਂ ਆਪ ਜੀ ਨੂੰ ਸੁਣਾਉਣੀ ਕੀਤੀ ਹੈ ਦੋਹਰਾ। ਕਰਮ ਕਰਮ ਪੰਥੋ ਲੰਘ ਕਰ, ਸ਼੍ਰੀ ਅਨੰਦਪੁਰ ਆਏ। ਚਲੋ ਚਾਲ, ਚਲੋ ਚਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਫੌਜਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਆ ਵਸੇ ਜੀ। ਕਰਿਓ ਬਾਸ ਸ਼੍ਰੀ ਸਤਿਗੁਰੂ, ਸੰਗਤ ਆਵੇ ਜਾਏ। ਔਰ ਬੇਅੰਤ ਸੰਗਤਾਂ ਆ ਰਹੀਆਂ ਜਾ ਰਹੀਆਂ। ਸਤਿਗੁਰਾਂ ਨੇ ਹੁਣ ਅਨੰਦਪੁਰ ਸਾਹਿਬ ਉਤਾਰਾ ਕੀਤਾ ਹੈ, ਵਸਣਾ ਕੀਤਾ ਹੈ। ਅਨਕ ਕੋਰਨ ਕੋਰ ਪਾਵੇ, ਮਨੋ ਕਾਮਨਾ ਪ੍ਰਭਤੀ ਪਾਵੇ। ਔਰ ਬੇਅੰਤ ਭੇਟਾਵਾਂ ਲੈ ਕਰਕੇ ਸੰਗਤਾਂ ਆਉਂਦੀਆਂ ਔਰ ਗੁਰੂ ਤੋਂ ਆਪਣੀਆਂ ਮਨੋ ਕਾਮਨਾ ਇੱਛਾਵਾਂ ਪੂਰੀਆਂ ਕਰਦੀਆਂ ਹਨ। ਦੇਗ ਨਿਤਾ ਪ੍ਰਤ ਨਿਕੋਠਤ ਨਾਹੀ, ਮਿਲੇ ਸਿੱਖ ਗਨ ਖਾਲਸ ਮਾਹੀ। ਔਰ ਲੰਗਰ ਜਿਹੜਾ ਹੈ ਰੋਜ਼ਾਨਾ ਲਗਾਤਾਰ ਚੱਲ ਰਿਹਾ ਹੈ ਔਰ ਬਹੁਤ ਸਾਰੇ ਸਿੱਖ
ਖਾਲਸੇ ਵਿੱਚ ਮਿਲਦੇ ਜਾ ਰਹੇ ਹਨ, ਭਾਵ ਸਿੰਘ ਸਜਦੇ ਜਾ ਰਹੇ ਆ। ਸਿੱਖ ਤਾਂ ਬਾਬੇ ਨਾਨਕ ਤੋਂ ਚੱਲਦੇ ਆ ਰਹੇ ਹੈ, ਤੇ ਸਿੰਘ ਉਸ ਦਾ ਨਾਮ ਹੈ ਜੋ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਬਹੁਤ ਸਾਰੇ ਸਿੱਖ ਖਾਲਸੇ ਵਿੱਚ ਰਲਨੇ ਸ਼ੁਰੂ ਹੋ ਗਏ ਜੀ। खंडे की पौल को तार है, शस्त्रन को अभ्यास विचार है। ਔਰ ਇਸ ਤਰ੍ਹਾਂ ਖੰਡੇ ਦੀ ਪਹੁਲ ਵੀ ਲੈਂਦੇ ਹਨ, ਅੰਮ੍ਰਿਤ ਛਕਦੇ ਹਨ, ਫਿਰ ਸ਼ਸਤਰਾਂ ਦਾ ਅਭਿਆਸ ਵੀ ਸ਼ੁਰੂ ਕਰ ਦਿੰਦੇ ਹਨ। गुरबाणी को पढ़े पढ़ावे, गुर जस को नित सुने सुनावे। ਗੁਰਬਾਣੀ ਪੜ੍ਹਦੇ ਐ, ਸੁਣਦੇ ਐ, ਸਿੱਖ ਇੱਕ ਦੂਜੇ ਤੋਂ ਪੜ੍ਹਦੇ ਐ, ਇੱਕ ਦੂਜੇ ਨੂੰ ਪੜ੍ਹਾਉਂਦੇ ਐ। ਉਦੋਂ ਬਸ ਇਹ ਪੰਜਾਬੀ ਦੇ ਗੁਰਮੁਖੀ ਦੇ ਅੱਖਰਾਂ ਦਾ ਗਿਆਨ ਹੀ ਬਹੁਤ ਹੁੰਦਾ ਸੀ, ਇੰਨਾ ਕਿ ਮੈਂ ਗੁਰਬਾਣੀ ਪੜ੍ਹਨ ਲੱਗ ਜਾਵਾਂ। ਥੋੜਾ ਸਮਾਂ ਪਹਿਲਾਂ ਤਾਂ ਦੱਸਦੇ ਹਨ ਕਿ ਸਿੱਖਾਂ ਦੇ ਬੱਚੇ ਜਿਹੜੇ ਹਨ ਗੁਰੂ ਘਰ ਦੇ ਵਿੱਚ ਹੀ ਜਾ ਕਰਕੇ ਇਹ ਗੁਰਮੁਖੀ ਪੜ੍ਹਨ ਜੋਗੇ ਹੋਇਆ ਕਰਦੇ ਸਨ। ਕੋ ਸਤਨਾਮ। ਬਸ ਗੁਰਮੁਖੀ ਸਾਨੂੰ ਗੁਰਬਾਣੀ ਪੜ੍ਹਨੀ ਆ ਜਾਵੇ ਤੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਹੁੰਦੇ ਸਨ ਵਜ਼ੀਰ ਗੁਰੂ ਕੇ, ਉੱਥੇ ਆਏ ਬੱਚਿਆਂ ਨੂੰ ਉਹ 35 ਅੱਖਰੀ ਪੜ੍ਹਾ ਕਰਕੇ ਬਾਣੀ ਦੀ ਫਿਰ ਸੰਥਿਆ ਦੇ ਦਿੰਦੇ। ਜਿਹੜਾ ਬਾਣੀ ਪੜ੍ਹਨ ਲੱਗ ਪਿਆ ਉਹਨੂੰ ਅੱਖਰਾਂ ਦਾ ਗਿਆਨ ਹੋ ਜਾਂਦਾ। ਇਸ ਤਰ੍ਹਾਂ ਉਹ ਪੰਜਾਬੀ ਗੁਰਮੁਖੀ ਪੜ੍ਹਨੀ, ਦੂਸਰੀਆਂ ਕਿਤਾਬਾਂ ਆਦਿ ਪੜ੍ਹਨ ਵੀ ਲੱਗ ਜਾਂਦੇ, ਆਪਣੇ ਹਿਸਾਬ ਕਿਤਾਬ ਜੋਗੇ ਹੋ ਜਾਂਦੇ। ਇਸ ਤਰ੍ਹਾਂ ਇਹ ਸਮਾਂ ਉਹ ਹੈ ਜਦੋਂ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਪੜ੍ਹਾਉਂਦੇ ਹਨ। सुथिर कीस गढ़ पे एक दिन में है, प्रेम सुरस निगमन थे मन में। ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖੁਸ਼ੀ ਦੇ ਵਿੱਚ, ਮੌਜ ਦੇ ਵਿੱਚ ਕੇਸਗੜ੍ਹ ਸਾਹਿਬ ਬੈਠੇ ਹਨ। संगत प्राता सो हुक्म बखाना, नंद लाल जुत समत सुजाना। ਔਰ ਸਾਰੀਆਂ ਸੰਗਤਾਂ ਨੂੰ ਇੱਕ ਹੁਕਮ ਸੁਣਾਇਆ, ਜਿਨ੍ਹਾਂ ਵਿੱਚ ਭਾਈ ਨੰਦ ਲਾਲ ਜੀ ਗੋਇਆ ਜੋ ਕਵੀਆਂ ਚੋਂ ਸ਼੍ਰੋਮਣੀ ਕਵੀ ਹਨ 52 ਕਵੀਆਂ ਦੇ, ਉਹ ਵੀ ਬੈਠੇ ਹਨ। जो बूझन चाहे कुछ बात, सोए कहे भली विख्यात। ਔਰ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਜਿਹੜੀ ਵੀ ਗੱਲ ਸਮਝਣੀ ਹੋਵੇ ਨੰਦ ਲਾਲ ਤੋਂ ਪੁੱਛ ਲਿਆ ਕਰੋ, ਇਹ ਤੁਹਾਡੇ ਸ਼ੰਕੇ ਨਿਵਰਤ ਕਰ ਦਿਆ ਕਰੇਗਾ। वृंद लिखारी करे कतर, नित बाणी को लिखे पवित्र। ਕਿਉਂਕਿ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਲਿਖਾਰੀ ਲਾ ਕਰਕੇ ਬਾਣੀ ਦੀ ਲਿਖਤ ਕਰਨ ਲੱਗੇ ਸਨ। जे पत शाही चार लिखारी, कवि सकेले जिन मत भारी। ਔਰ ਇਸ ਤਰ੍ਹਾਂ ਜਿਹੜੇ ਪਿਛਲੇ ਪਾਤਸ਼ਾਹੀਆਂ ਤੋਂ ਲਿਖਾਰੀ ਬਣਦੇ ਆ ਰਹੇ ਸਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਬੁੱਧੀਮਾਨਾਂ ਨੂੰ ਵੀ ਆਪਣੇ ਕੋਲ ਇਕੱਤਰ ਕੀਤਾ ਹੈ ਜੀ। करहे कवित सुनावे गुर को, उपजावे बो अनंद उर को। ਇਉਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਹੁਤ ਸਾਰੇ ਕਵੀ ਆਉਣ ਲੱਗੇ, ਲਿਖਾਰੀ ਆਉਣ ਲੱਗੇ, ਜਿਹੜੇ ਆਪ ਕਵਿਤਾਵਾਂ ਤਿਆਰ ਕਰਦੇ ਆ ਔਰ ਲਿਖਦੇ ਆ ਤੇ ਨਾਲੇ ਸੰਗਤ ਵਿੱਚ ਸੁਣਾਉਣੀਆਂ ਕਰਦੇ ਆ। प्रथम गुरु देवी विदताई, पुन पहल दे ले गुसाई। ਔਰ ਫਿਰ ਗੱਲ ਚੱਲੀ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਉਸ ਅਕਾਲੀ ਸ਼ਕਤੀ ਨੂੰ ਪ੍ਰਗਟ ਕੀਤਾ ਤੇ ਫਿਰ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੇ ਜੇ। केसर खावन कीन सबन को, कुछ पहराए त्रियो शस्त्रन को। ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਇਹ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਕੇਸ ਨਹੀਂ ਕੋਈ ਕੱਟੇਗਾ ਔਰ ਸ਼ਸਤਰਾਂ ਨੂੰ ਧਾਰਨ ਕਰਕੇ ਰੱਖੇਗਾ। संगत चारो वर्णन केरी, गुरते मुख मेरो तिस बेरी। ਮੁੱਖ ਮੋਰੇ ਬਹੁਤੇ ਲੋਕ ਜਿਹੜੇ ਕਹਿੰਦੇ ਸ਼ਸਤਰਾਂ ਨੂੰ ਕੀ ਆ ਯਾਰ, ਕੇਸ ਤਾਂ ਰੱਖਣੇ ਬਹੁਤ ਔਖੇ, ਅੱਜ ਕੱਲ ਵੀ ਕਹਿ ਦਿੰਦੇ ਆ ਯਾਰ ਕੇਸ ਰੱਖਣੇ ਬੜੇ ਔਖੇ ਆ, ਕੇਸਾਂ ਦਾ ਕਿੰਨਾ ਕੁ ਭਾਰ ਹੈ, ਬੀਬੀਆਂ ਨੇ ਵੀ ਤਾਂ ਰੱਖੇ ਹੀ ਆ ਨਾ। ਇੱਕ ਨੌਜਵਾਨ ਕੇਸ ਕਟਾ ਕੇ ਆ ਗਿਆ, ਉਹਦਾ ਚਾਚਾ ਕਹਿਣ ਲੱਗਿਆ, ਪੁੱਤਰਾ ਕੀ ਕੀਤਾ ਤੂੰ? ਕਹਿੰਦਾ ਚਾਚਾ ਪੁੱਛ ਨਾ, ਸਵਰਗੀ ਬਣ ਗਿਆ। ਕੋਈ ਸਤਨਾਮ। ਕਹਿੰਦੇ ਕਿਵੇਂ? ਕਹਿੰਦੇ ਸਿਰ 'ਚ ਪਾਣੀ ਦੀ ਗੜਬੀ ਪਾਉਣੀ ਆ, ਆਨੰਦ ਹੀ ਆ ਜਾਂਦਾ ਥੱਲੇ ਤੱਕ। ਕਹਿੰਦੇ ਫਿਰ ਤੇਰੀ ਮਾਂ ਨੂੰ ਵੀ ਇਸ ਸਵਰਗ ਦੇ ਦੇ, ਤੂੰ ਕਿਉਂ ਨਰਕਾਂ 'ਚ ਰੱਖਿਆ? ਕੋਈ ਸਤਨਾਮ। ਕਿ ਮਾਈਆਂ ਨੇ ਕੇਸ ਨਹੀਂ ਰੱਖੇ ਹੋਏ, ਮਾਈਆਂ ਨੂੰ ਭਾਰ ਨਹੀਂ ਲੱਗਦਾ, ਮਾਈਆਂ ਦੀ ਸੁੰਦਰਤਾ ਸੁੰਦਰ ਲੱਗਦੀ ਆ, ਤੇ ਤੁਹਾਡੇ ਕੇਸਾਂ ਨੂੰ ਕੀ ਹੋਇਆ ਵੀ ਤੁਸੀਂ ਵੀ ਬਹੁਤ ਸੋਹਣੇ ਲੱਗੋਗੇ ਪੱਗਾਂ ਬੰਨ੍ਹ ਕੇ। ਜੋ ਖਾਲਸੇ ਨੂੰ ਦਿੱਤਾ ਪਾਤਸ਼ਾਹ ਨੇ, ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਤੋ ਕਈ ਲੋਕ ਜਿਹੜੇ ਪਿਛਲੇ ਗੁਰੂਆਂ ਤੋਂ ਸਿੱਖ ਬਣਦੇ ਆ ਰਹੇ ਸੀਗੇ, ਗੁਰੂ ਸਾਹਿਬ ਨੇ ਨਵਾਂ ਕੰਮ ਚਲਾ ਦਿੱਤਾ, ਬਈ ਤੁਸੀਂ ਕੇਸ ਰੱਖੋ, ਸਿੰਘ ਸਜੋ, ਸ਼ਸਤਰਾਂ ਦਾ ਅਭਿਆਸ ਕਰਿਆ ਕਰੋ। ਕਈ ਗੁਰੂ ਨੂੰ ਗੁਰੂ ਪਿਆਰਿਓ ਇਸ ਗੱਲ ਤੋਂ ਛੱਡਣ ਲੱਗੇ ਜੀ।
बेमुख है वह बात बनावे, नहीं दर्श करबे को आवे। ਔਰ ਕਈ ਲੋਕ ਜਿਹੜੇ ਕਹਿੰਦੇ ਸੀ ਕਿ ਅਸੀਂ ਗੁਰੂਆਂ ਦੇ ਸਿੱਖ ਹਾਂ ਜੀ, ਅਸੀਂ ਵੀ ਤੁਹਾਡੇ ਸਿੱਖ ਹਾਂ, ਕਈ ਕਹਿ ਦਿੰਦੇ ਆ, ਜਿਵੇਂ ਪਹਾੜੀਆਂ ਨੇ ਵੀ ਕਹਿਦਾ ਸੀਗਾ ਜੀ ਅਸੀਂ ਤੁਹਾਡੇ ਸਿੱਖ ਹੀ ਹਾਂ, ਪਰ ਅਸੀਂ ਬੋਧੀ ਰੱਖਾਂਗੇ, ਕੇਸ ਨਹੀਂ ਰੱਖਣੇ। ਪਾਤਸ਼ਾਹ ਕਹਿੰਦੇ ਫਿਰ ਸਾਡੇ ਨਹੀਂ ਹੈਗੇ, ਜੇ ਬੋਧੀ ਨਹੀਂ ਛੱਡਣੀ ਤਾਂ। ਜੇ ਤੁਸੀਂ ਬੋਧੀ ਧੋਤੀ ਆਦਿ ਜਨੇਊ ਰੱਖਣਾ ਤੇ ਫਿਰ ਤੁਹਾਡੀ ਮਰਜ਼ੀ ਆ, ਰੱਖੋ। ਸਾਡਾ ਸਿੱਖ ਤਾਂ ਉਹ ਆ ਜਿਹੜਾ ਪੂਰਨ ਖਾਲਸਾ ਰਹਿਤ ਬਹਿਤ ਦੇ ਵਿੱਚ ਆ ਜਾਵੇਗਾ। ਪਰ ਉਹਨਾਂ ਲੋਕਾਂ ਨੇ ਗੁਰੂ ਸਾਹਿਬ ਤੋਂ ਬੇਮੁਖ ਹੋਣਾ ਸ਼ੁਰੂ ਕਰ ਦਿੱਤਾ ਸੀ। ਅਬ ਸਤਿਗੁਰੂ ਰ ਸਿਰ ਰਪਿਓ ਹੈ, ਕਰਮ ਅਜੋਗ ਬਿਸਾਲ ਕਿਉ ਹੈ। ਕਹਿੰਦੇ ਯਾਰ ਗੁਰੂ ਸਾਹਿਬ ਨੂੰ ਕੀ ਹੋ ਗਿਆ, ਸਿਰੜ ਹੁੰਦਾ ਕਿ ਮੱਤ ਜਿਹੜੀ ਹੈ ਉਹਨਾਂ ਦੀ ਬੰਦ ਹੋ ਗਈ ਆ। ਮੂਰਖ ਲੋਕ ਜਿਹੜੇ ਹਨ ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਔਰ ਇਹ ਤਾਂ ਅਜੋਗ ਗੱਲ ਹੈ, ਐਵੇਂ ਕੇਸਦਾਰੀਆਂ ਰੱਖਣ ਦਾ ਹੁਕਮ ਦੇਈ ਜਾਂਦੇ ਨੇ। ਸਭ ਕੇ ਗਰੇ ਜੰਜੂ ਤਾਰੇ, ਝਾਰਨ ਪਰ ਡਾਰੇ ਪਹਿਰਾਏ। ਔਰ ਜਿਹੜਾ ਅੰਮ੍ਰਿਤ ਛਕ ਲੈਂਦਾ ਉਹਦਾ ਜਨੇਊ ਵੀ ਲਵਾ ਦਿੰਦੇ ਆ, ਉਹਦੇ ਥਾਂ ਤੇ ਸ੍ਰੀ ਸਾਹਿਬ ਕਿਰਪਾਨ ਪਵਾ ਦਿੰਦੇ ਆ। ਔਰ ਜਿਹੜੇ ਲੋਕ ਨਹੀਂ ਅੰਮ੍ਰਿਤ ਛਕਦੇ ਨਾ ਉਹ ਗੱਲਾਂ ਬਣਾਉਂਦੇ ਆ, ਦੇਖੋ ਯਾਰ ਜੰਜੂ ਲਾ ਕੇ ਝਾੜਾਂ ਤੇ ਪਾ ਦਿੰਦੇ ਨੇ ਤੇ ਆਪ ਲੋਕਾਂ ਨੂੰ ਹੋਰ ਹੀ ਪਾਸੇ ਤੋਰਨ ਤੇ ਲੱਗੇ ਹੋਏ ਨੇ। ਸੁਣ ਇੱਕ ਦਿਨ ਤਬ ਗੁਰੂ ਚਾਰਾ, ਗੁਰ ਕੀ ਸੰਗਤ ਝਾਰ ਉਦਾਰਾ। ਇਹ ਗੱਲ ਗੁਰੂ ਸਾਹਿਬ ਦੇ ਕੰਨਾਂ 'ਚ ਵੀ ਪੈ ਗਈ ਤੇ ਗੁਰੂ ਸਾਹਿਬ ਕਹਿੰਦੇ ਇਹ ਝਾੜ ਵੀ ਸਾਡੀ ਸੰਗਤ ਹੈ। ਇਸ ਵਿਦ ਕੇ ਸਿੱਖ ਸੰਗਤ ਹੋਏ, ਬੰਦੇ ਜਾਤ ਸ੍ਰਿਖਲਾ ਜੋਏ। ਔਰ ਕਹਿਣ ਲੱਗੇ ਇਹ ਜਾਤਾਂ ਪਾਤਾਂ ਵਿੱਚ ਬੱਝੇ ਹੋਏ ਸਿੱਖ ਇਹ ਝਾੜਾਂ ਵਾਂਗ ਹੀ ਹਨ ਨਿਕੰਮੇ, ਜਿਹੜੇ ਜਾਤਾਂ ਪਾਤਾਂ ਵਿੱਚ ਬੱਝੇ ਹੋਏ ਹਨ, ਜਿਵੇਂ ਅਸੀਂ ਝਾੜਾਂ ਤੇ ਜਨੇਊ ਪਾ ਦਿੱਤੇ। ਇੱਕ ਦਿਨ ਕਲਗੀਧਰ ਕਹਿਦਾਨ, ਲੋਹਾ ਮਾਸਨੇ ਮਹਾਨ। ਅੱਗੇ ਇੱਕ ਸਾਖੀ ਚੱਲਦੀ ਹੈ ਇਹਨਾਂ ਪੰਡਤਾਂ ਦੇ ਭਰਮ ਵਹਿਮ ਕੱਢਣ ਵਾਸਤੇ ਨੇ, ਜਿਹੜੇ ਲੋਕਾਂ ਨੂੰ ਭੜਕਾਉਂਦੇ ਸੀਗੇ ਬ੍ਰਾਹਮਣ ਲੋਕ ਕੁਝ, ਉਹਨਾਂ ਦੇ ਪ੍ਰਥਾਏ ਇੱਕ ਸਾਖੀ ਚੱਲਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਦਾਨ ਕਰਨ ਦੀ ਸਲਾਹ ਬਣਾਈ ਹੈ। ਕੀ ਦਾਨ ਕਰਨ ਦੀ ਆਗਿਆ ਦਿੰਦੇ ਨੇ ਇਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੜੀ ਅਨੋਖੀ ਸਾਖੀ ਹੈ, ਕੱਲ ਨੂੰ ਸਰਵਣ, ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व दुख मैं पंचन गुणतास। हे संगी हे निरंकार हे निर्गुण निर्गुण सब टेक, हे गोविंद हे गुण निधान जाके सदा विवेक। हे अपरंपर हर हरे ऐपी हो बनहार, हे संत कै सदा संग दारा आधार। हे ठाकुर दासरो मैं निर्गुण गुण नहीं कोय, नानक दीजा नाम दान राखो ही परोए। आए प्रभु शरणागति कृपा निध दयाल, एक अखर हर मन बसत नानक होत निहाल। एक अंकार सतगुरु ते प्रसाद सच होए, वाहिगुरु जी की फतेह विघ्न है विनाशन सोए। वाहिगुरु जी की फतेह विघ्न है विनाशन सोए। वाहिगुरु जी का खालसा वाहिगुरु जी की फतेह।